ਬਿਲਕੁਲ। ਜੇ ਸਰਕਾਰ ਅਕਾਲੀਆਂ ਦੀ ਹੈ ਹਾਂਜੀ ਤੇ ਧਰਨਾ ਲਾਉਣ ਨੂੰ ਕਾਂਗਰਸ ਦਾ ਲੀਡਰ ਆ ਜਾਂਦਾ, ਕਾਂਗਰਸ ਦਾ ਲੀਡਰ ਆ ਜਾਂਦਾ। ਜੇ ਸਰਕਾਰ ਕਾਂਗਰਸ ਦੀ ਹੈ ਤੇ ਉਹਨਾਂ ਦੇ ਖਿਲਾਫ ਧਰਨਾ ਲਾਉਣ ਨੂੰ ਅਕਾਲੀ ਬੀਜੇਪੀ ਦਾ ਬੰਦਾ ਆ ਜਾਂਦਾ। ਬੀਜੇਪੀ ਦਾ ਬੰਦਾ। ਸਾਡੀ ਜਿਹੜੀ ਪ੍ਰਧਾਨਗੀ ਹੈ ਯੂਨੀਅਨਾਂ ਦੀ, ਤੁਸੀਂ ਦੇਖਿਓ ਕਈ ਵਾਰੀ ਸਾਡੀ ਯੂਨੀਅਨ ਦੀ ਪ੍ਰਧਾਨਗੀ ਕਰ ਕੌਣ ਰਿਹਾ ਵਾ? ਬੀਜੇਪੀ ਦਾ ਪ੍ਰਧਾਨ। ਸਾਡੇ ਲੀਡਰ ਵੀ ਬਹੁਤਾ, ਸਾਡੇ ਲੀਡਰ ਦਾ ਜਿਹੜਾ ਰੂਲ ਹੈ ਨਾ, ਉਹ ਸਭ ਤੋਂ ਜ਼ਿਆਦਾ ਖਰਾਬ ਰੂਲ ਹੈ ਸਾਡੇ ਸਮਾਜ ਦਾ ਸ਼ੋਸ਼ਣ ਕਰਾਉਣਾ। ਮਤਲਬ ਹੈ ਤਾਂ ਇੱਕ ਪੋਲੀਟੀਕਲ ਟੂਲ ਦੇ ਤਰੀਕੇ ਦੇ ਨਾਲ ਇਹ ਲੀਡਰ ਵੀ ਸਾਨੂੰ ਵਰਤਦੇ ਪਏ ਆ। ਵੀ ਜੇ ਲੀਡਰ ਸਾਨੂੰ ਵਰਤਣਾ ਛੱਡ ਦੇਣ ਜਾਂ ਤਾਂ ਇਹ ਪੋਲੀਟੀਕਲ ਪਾਰਟੀ ਨੂੰ ਛੱਡ ਦੇਣ। ਕਮਿਸ਼ਨ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਕਿਉਂਕਿ ਮੈਨੂੰ ਪੰਜਾਬ ਦਾ ਐਕਸਪੀਰੀਅੰਸ ਹੈ। ਪੰਜਾਬ ਦੇ ਵਿੱਚ ਜਿੰਨੇ ਵੀ ਸਫਾਈ ਕਰਮਚਾਰੀ ਕਮਿਸ਼ਨ ਆਏ ਆ ਉਹਨਾਂ ਵੱਲੋਂ ਅੱਜ ਤੱਕ ਵੀ ਐਨੂਅਲ ਰਿਪੋਰਟ ਜਿਹੜੀ ਹੈ ਸਟੇਟ ਗਵਰਨਮੈਂਟ ਨੂੰ ਨਹੀਂ ਕੀਤੀ। ਜੇ ਸਰਕਾਰ ਨੇ ਆ ਪਾਲਿਸੀਆਂ ਬਣਾਈਆਂ ਪਈਆਂ ਇਹ ਤਾਂ ਲਾਗੂ ਹੀ ਨਹੀਂ ਹੋਈਆਂ। ਇਹ ਜਿਹੜਾ ਕੰਮ ਆ ਇੱਕ ਜ਼ਿੰਮੇਵਾਰੀ ਵਾਲਾ ਕੰਮ ਆ, ਉਹ ਸਟੇਟ ਕਮਿਸ਼ਨ ਦਾ ਹੁੰਦਾ। ਪਰ ਜਿਹੜੀ ਜ਼ਿੰਮੇਵਾਰੀ ਸਰਕਾਰ ਨੇ ਲਾਈ ਹੈ ਸਫਾਈ ਕਰਮਚਾਰੀ ਕਮਿਸ਼ਨ ਦੀ, ਉਹ ਕਦੋਂ ਜਾ ਕੇ ਬੋਲੇਗਾ ਸਰਕਾਰ ਦੇ ਮੂਹਰੇ ਕਿ ਇਹਨਾਂ ਦੇ ਆਹ ਹਾਲਾਤ ਹੈ। ਤੇ ਜਦੋਂ ਉਹਦੀ ਕੰਪਲੀਸ਼ਨ ਹੀ ਨਹੀਂ ਹੁੰਦੀ, ਅੱਜ ਸਫਾਈ ਸੇਵਕ ਇੱਕ ਮਰ ਜਾਵੇ, ਦੂਸਰਾ ਆ ਜਾਊਗਾ, ਦੂਸਰਾ ਮਰ ਜਾਵੇ, ਤੀਸਰਾ ਆ ਜਾਊਗਾ, 500 ਸਾਲ ਚਲੇ ਜਾਓ, 600 ਸਾਲ ਚਲੇ ਜਾਓ, ਇਹ ਚੱਲਦੇ ਹੀ ਰਹਿਣੇ, ਇਹ ਚੱਲਦੇ ਹੀ ਰਹਿਣੇ। ਇੰਡੀਅਨ ਪਾਰਲੀਮੈਂਟ ਦੇ ਅਗੇਂਸਟ ਜਿਹੜੀ ਹੈ ਕਿਸਾਨ, ਜਿਹਨੂੰ ਤੁਸੀਂ ਅਨਪੜ੍ਹ ਕਹਿੰਦੇ ਨਾ, ਉਹ ਖੜਾ ਹੈ ਅੱਜ ਤੱਕ। ਉਹਦਾ ਲੀਡਰ ਅੱਜ ਤੱਕ ਨਹੀਂ ਵਿਕਿਆ। ਤੁਸੀਂ ਗੱਲ ਕਰਦੇ 7 ਮਹੀਨੇ ਹੋ ਗਏ ਨਾ, ਉਹਨਾਂ ਨੇ ਬੈਠੇ ਰਹਿਣਾ ਹੈ ਕਿਉਂਕਿ ਉਹਨਾਂ ਦੇ ਪੋਲੀਟੀਕਲ ਦੱਲੇ ਨਹੀਂ ਹੈਗੇ। ਉਹਨਾਂ ਦੀ ਸਟੇਜ ਦੇ ਉੱਪਰ, ਮੰਨ ਲਓ ਮੈਂ ਮਾਫ ਕਰਨਾ, ਸਾਡੀ ਸਟੇਜ ਲੱਗੀ ਹੁੰਦੀ, ਜੇ ਕਿਤੇ ਸੀਐਮ ਨੇ ਦੌਰ ਕਰਨਾ ਹੁੰਦਾ ਤੇ ਸਾਡੇ 100 ਡੱਡੂ ਉੱਠ ਜਾਣੇ ਸੀ ਵੀ ਸੀਐਮ ਆ ਰਿਹਾ ਜੀ, ਆਪਸ 'ਚ ਲੜ ਮਾਰ ਜਾਣਾ ਸੀ ਵੀ ਨਹੀਂ ਸੀਐਮ ਨੂੰ ਚੇਅਰ ਦਿਓ ਉਸ ਐਜੀਟੇਸ਼ਨ ਦੇ ਵਿੱਚ। ਪਰ ਜੇ ਕੋਈ ਪੋਲੀਟੀਕਲ ਸਟੇਜ ਲੱਗ ਰਹੀ ਹੈ ਤਾਂ ਉਹ ਕਿਸਾਨ ਅੰਦੋਲਨ ਤੋਂ ਅਲੱਗ ਲੱਗ ਰਹੀ ਹੈ। ਉਹ ਉਹਦੇ ਵਿੱਚ ਨਹੀਂ ਆਉਣ ਦੀ ਕੋਈ ਜ਼ਰੂਰਤ ਕਰਦਾ। ਬਿਲਕੁਲ ਨਾ ਹੀ ਕੋਈ ਸੈਂਟਰ ਮਿਨਿਸਟਰ, ਨਾ ਹੀ ਕੋਈ ਸਟੇਟ ਮਿਨਿਸਟਰ, ਨਾ ਹੀ ਕੋਈ ਚੀਫ ਮਿਨਿਸਟਰ, ਨਾ ਹੀ ਕੋਈ ਪੀਐਮ ਤੇ ਨਾ ਹੀ ਕੋਈ ਹਾਲੇ ਤੱਕ ਆਇਆ ਵੀ ਹੈ। ਉਹਨਾਂ ਦੇ ਜਿਹੜੇ ਮੀਡੀਏਟਰ ਆ, ਮੀਡੀਏਟਰ ਤਾਂ ਰੋਜ਼ ਮੀਡੀਆ ਤੇ ਗੱਲ ਕਰਦੇ ਆ, ਆਓ ਗੱਲ ਕਰਨ। ਜੇ ਇੰਨੀ ਦੇਰ ਨੂੰ ਆ ਸਾਡੇ ਲੀਡਰ ਹੁੰਦੇ, ਯੂਨੀਅਨ ਲੀਡਰ, ਇਹ ਤਾਂ ਚਾਹੁੰਦੇ ਆ ਵੀ ਅਸੀਂ ਉਹਨਾਂ ਦੀ ਝੋਲੀਆਂ 'ਚ ਬੈਠੀਏ। ਬਿਲਕੁਲ ਆਪਾਂ ਲੁਕਾਉਣਾ ਨਹੀਂ ਚਾਹੀਦਾ ਕਿਉਂਕਿ ਕੌਮ ਨੂੰ ਪਤਾ ਲੱਗੇ ਕਿ ਹਾਲਾਤ ਕਿਉਂ ਆ ਸਾਡੇ ਇਦਾਂ ਦੇ ਬਣੇ। ਬਿਲਕੁਲ, ਜੋ ਸੱਚ ਹੈ ਉਹ ਕਦੀ ਵੀ ਲੁਕਦਾ ਨਹੀਂ ਹੁੰਦਾ। ਸਾਡੀ ਜਿਹੜੀ ਪ੍ਰਧਾਨਗੀ ਹੈ ਯੂਨੀਅਨਾਂ ਦੀ, ਤੁਸੀਂ ਦੇਖਿਓ ਕਈ ਵਾਰੀ ਹਾਂਜੀ ਸਾਡੀ ਯੂਨੀਅਨ ਦੀ ਪ੍ਰਧਾਨਗੀ ਕਰ ਕੌਣ ਰਿਹਾ ਵਾ? ਬੀਜੇਪੀ ਦਾ ਪ੍ਰਧਾਨ। ਓਕੇ, ਯੂਨੀਅਨ ਲੀਡਰ ਹੋਊਗਾ ਸਫਾਈ ਸੇਵਕ ਦਾ, ਅਕਾਲੀ ਦਲ ਦਾ, ਉਹਦਾ ਸਿਵਰਮੈਨਾਂ ਦਾ, ਪਰ ਉਹਦਾ ਜਿਹੜਾ ਉਹ ਸਟੇਟ ਮੈਂਬਰ ਹੋਊਗਾ ਬੀਜੇਪੀ ਦਾ। ਓਕੇ, ਠੀਕ ਹੈ ਜੀ। ਉਹ ਸਟੇਟ ਮੈਂਬਰ ਹੋਊਗਾ ਅਕਾਲੀ ਦਲ ਦਾ, ਉਹ ਸਟੇਟ ਮੈਂਬਰ ਹੋਊਗਾ ਕਾਂਗਰਸ ਦਾ, ਉਹ ਸਟੇਟ ਮੈਂਬਰ ਹੋਊਗਾ ਬੀਐਸਪੀ ਦਾ, ਉਹ ਸਟੇਟ ਮੈਂਬਰ ਹੋਊਗਾ ਆਮ ਆਦਮੀ ਪਾਰਟੀ ਦਾ। ਮਤਲਬ ਹੈ ਤਾਂ ਇੱਕ ਪੋਲੀਟੀਕਲ ਟੂਲ ਦੇ ਤਰੀਕੇ ਦੇ ਨਾਲ ਇਹ ਲੀਡਰ ਵੀ ਸਾਨੂੰ ਵਰਤਦੇ ਪਏ ਆ। ਬਿਲਕੁਲ। ਵੀ ਜੇ ਲੀਡਰ ਸਾਨੂੰ ਵਰਤਣਾ ਛੱਡ ਦੇਣ ਜਾਂ ਤਾਂ ਇਹ ਪੋਲੀਟੀਕਲ ਪਾਰਟੀ ਨੂੰ ਛੱਡ ਦੇਣ, ਪੋਲੀਟੀਕਲ ਪਾਰਟੀ ਨੂੰ ਛੱਡ ਕੇ ਇੱਕ ਨਾਨ ਪੋਲੀਟੀਕਲ ਤਰੀਕੇ ਦੇ ਨਾਲ ਇੱਕ ਪਲੇਟਫਾਰਮ ਤਿਆਰ ਕਰਨ ਕਿ ਨਹੀਂ ਜੀ ਵੀ ਮੈਂ ਲੀਡਰ ਹਾਂ ਸਫਾਈ ਸੇਵਕਾਂ ਦਾ ਤੇ ਮੈਂ ਗੱਲ ਹੀ ਸਫਾਈ ਸੇਵਕਾਂ ਦੀ ਕਰਾਂਗਾ। ਬਿਲਕੁਲ। ਸੋ ਉਹਨਾਂ ਦਾ ਵੀ ਧਿਆਨ ਇਸ ਕੰਮ ਵੱਲ ਜ਼ਿਆਦਾ ਵਧੀਆ ਤਰੀਕੇ ਨਾਲ ਪਾਊਗਾ ਕਿ ਨਹੀਂ? ਅਸਲ 'ਚ ਗੱਲ ਕੀ ਹੁੰਦੀ ਹੈ ਕਿ ਜਦੋਂ ਮੈਂ ਦੇਖੋ ਮਿਨਿਸਟਰ ਹੈ, ਹਾਂਜੀ, ਮਿਨਿਸਟਰ ਇੱਕ ਬਹੁਤ ਵੱਡਾ ਰੈਂਕ ਹੁੰਦਾ ਹੈ ਸਟੇਟ ਦੇ ਵਿੱਚ ਮਿਨਿਸਟਰ ਦਾ। ਮਿਨਿਸਟਰ ਤੋਂ ਉੱਪਰ ਜਿਹੜਾ ਚੀਫ ਮਿਨਿਸਟਰ ਹੁੰਦਾ, ਉਹਨਾਂ ਸਾਰੇ ਦਾ ਹੈਡ, ਸੀਐਮ ਜਿਹਨੂੰ ਆਪਾਂ ਕਹਿੰਦੇ ਆ, ਸਟੇਟ ਸੀਐਮ, ਹੈ ਨਾ।
ਜਦੋਂ ਸੀਐਮ ਨੂੰ ਪਤਾ ਲੱਗਦਾ ਹੈ ਕਿ ਉਹ ਸਫਾਈ ਕਰਮਚਾਰੀ ਯੂਨੀਅਨ ਜਿਹੜੀ ਹੈ ਮੇਰੇ ਖਿਲਾਫ ਐਜੀਟੇਸ਼ਨ ਕਰ ਰਹੀ ਹੈ, ਉਹ ਕੁਝ ਡਿਮਾਂਡ ਰੱਖਣਾ ਚਾਹੁੰਦੀ ਹੈ, ਬਿਲਕੁਲ ਹਨਾ ਜੀ, ਤੇ ਉਹ ਸੀਐਮ ਕੀ ਕਰੇਗਾ, ਆਪਣੇ ਕਿਸੇ ਰਿਪਰੈਜ਼ੈਂਟੇਟਿਵ ਐਮਐਲਏ ਜਾਂ ਮੰਤਰੀ ਨੂੰ ਭੇਜੇਗਾ ਜਾਂ ਆਪਣੇ ਕਿਸੇ ਪਾਰਟੀ ਵਰਕਰ ਨੂੰ ਭੇਜੇਗਾ ਵੀ ਜਾਓ ਜੀ ਉਹਨਾਂ ਨਾਲ ਗੱਲ ਕਰਕੇ ਆਓ ਕਿ ਉਹਨਾਂ ਦੇ ਇਸ਼ੂਜ਼ ਕੀ ਨੇ, ਵੀ ਅਗਰ ਮੇਰੇ ਲੈਵਲ ਤੱਕ ਹੋਏ ਜਾਂ ਮੈਨੂੰ ਬਜਟ ਕੋਈ ਅਲਾਉ ਕਰਦਾ ਤੇ ਮੈਂ ਇਹਨਾਂ ਨੂੰ ਰੈਗੂਲਾਈਜ਼ ਕਰਾਂ। ਬਿਲਕੁਲ ਪਰ ਜਦੋਂ ਉਹਨਾਂ ਦਾ ਮਿਨਿਸਟਰ ਐਮਐਲਏ ਜਾਂ ਉਹਨਾਂ ਦਾ ਕੋਈ ਵਰਕਰ ਗਰਾਊਂਡ ਤੇ ਜਾਂਦਾ ਹੈ, ਉਹ ਅਨੋਇਡ ਹੋ ਕੇ ਵਾਪਸ ਆ ਜਾਂਦਾ। ਅਨੋਇਡ ਹੋ ਕੇ ਕਿਉਂ ਵਾਪਸ ਆਉਂਦਾ ਹੈ? ਕਿਉਂਕਿ ਉਹ ਉਹਨਾਂ ਦੀ ਪਾਰਟੀ ਦੇ ਆਪੋਜ਼ਿਟ ਬੰਦਾ ਖੜਾ ਹੈ। ਬਿਲਕੁਲ ਜੇ ਸਰਕਾਰ ਅਕਾਲੀਆਂ ਦੀ ਹੈ ਹਾਂਜੀ ਤੇ ਧਰਨਾ ਲਾਉਣ ਨੂੰ ਕਾਂਗਰਸ ਦਾ ਲੀਡਰ ਆ ਜਾਂਦਾ, ਆ ਜਾਂਦਾ ਕਾਂਗਰਸ ਦਾ ਲੀਡਰ ਆ ਜਾਂਦਾ। ਜੇ ਸਰਕਾਰ ਕਾਂਗਰਸ ਦੀ ਹੈ ਤੇ ਉਹਨਾਂ ਦੇ ਖਿਲਾਫ ਧਰਨਾ ਲਾਉਣ ਨੂੰ ਅਕਾਲੀ ਬੀਜੇਪੀ ਦਾ ਬੰਦਾ ਆ ਜਾਂਦਾ। ਬੀਜੇਪੀ ਦਾ ਬੰਦਾ ਆ ਜਾਂਦਾ। ਸਫਾਈ ਸੇਵਕ ਦਾ ਤਾਂ ਨਹੀਂ ਆਇਆ। ਬਿਲਕੁਲ ਤੁਸੀਂ ਸਪੋਜ਼ ਕਰੋ ਕਿ ਤੁਸੀਂ ਸੀਐਮ ਹੋ, ਬਿਲਕੁਲ ਤੁਹਾਡੀ ਯੂਨੀਅਨ ਲੀਡਰ ਜਿਹੜੀ ਹੈ ਇੱਕ ਨਾਨ ਪੋਲੀਟੀਕਲ ਹੈ, ਤੁਸੀਂ ਉਹਦੇ ਲੀਡਰ ਨੂੰ ਆਵਾਜ਼ ਨਹੀਂ ਮਾਰੋਗੇ ਕਿ ਸਰ ਆਓ ਜੀ ਇੱਥੇ ਚੇਅਰ ਤੇ ਬੈਠੋ, ਆਪਣੇ ਇਸ਼ੂਜ਼ ਦੱਸੋ, ਮੇਰੇ ਨਾਲ ਗੱਲ ਕਰੋ, ਮੈਂ ਆਪਣੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਦਾ, ਆਪਣੇ ਆਫੀਸਰ ਨਾਲ ਗੱਲ ਕਰਦਾ, ਥੋੜਾ ਸਮਾਂ ਦਿਓ, ਆਪਾਂ ਗੱਲ ਕਿਸ ਤਰੀਕੇ ਨਾਲ ਹੁੰਦੀ ਹੈ ਆਪਾਂ ਗੱਲ ਕਰਦੇ ਹਾਂ ਤੇ ਪਾਲਿਸੀ ਬਣਾਉਂਦੇ ਹਾਂ। ਪਰ ਜਦੋਂ ਸੀਐਮ ਬੈਠਾ ਆ, ਸੀਐਮ ਉਹਨਾਂ ਨੂੰ ਬੁਲਾਉਣਾ ਹੀ ਨਹੀਂ ਚਾਹੁੰਦਾ। ਕਿਉਂ ਨਹੀਂ ਬੁਲਾਉਣਾ ਚਾਹੁੰਦਾ? ਕਿਉਂਕਿ ਉਹ ਸਟੇਟ ਮੈਂਬਰ ਆ ਪੋਲੀਟੀਕਲ ਪਾਰਟੀਆਂ ਦੇ। ਸਾਡੇ ਲੀਡਰ ਵੀ ਬਹੁਤਾ, ਸਾਡੇ ਲੀਡਰ ਦਾ ਜਿਹੜਾ ਰੂਲ ਹੈ ਨਾ, ਉਹ ਸਭ ਤੋਂ ਜ਼ਿਆਦਾ ਖਰਾਬ ਰੂਲ ਹੈ ਸਾਡੇ ਸਮਾਜ ਦਾ ਸ਼ੋਸ਼ਣ ਕਰਾਉਣ ਦਾ। ਬਿਲਕੁਲ ਸਭ ਤੋਂ ਵੱਡਾ ਰੂਲ ਉਹਨਾਂ ਦਾ। ਜੇ ਜਾਂ ਤਾਂ ਇਹ ਅਕਾਲੀ ਦਲ ਬੀਜੇਪੀ ਕਾਂਗਰਸ ਛੱਡ ਕੇ ਸਫਾਈ ਯੂਨੀਅਨ ਦਾ ਕੰਮ ਕਰਨ, ਬਿਲਕੁਲ ਕਿਉਂਕਿ ਇਹਨਾਂ ਦੀ ਰੋਟੀ ਇੱਕ ਪਾਸੇ ਤੋਂ ਨਾ ਚੱਲਦੀ ਹੈ। ਜਾਂ ਤਾਂ ਪੋਲੀਟੀਸ਼ੀਅਨ ਛੱਡ ਦੇਣ ਜਾਂ ਫਿਰ ਇਧਰ ਪਾਸੇ ਧਿਆਨ ਦੇਣ ਕਿ ਨਹੀਂ। ਨਹੀਂ, ਇਹਨਾਂ ਦੀ ਪੋਲਿਟਿਕਸ ਹੀ ਝਾੜੂ ਤੇ ਚੱਲਦੀ ਹੈ। ਜੇ ਜਿੰਨੇ ਵੀ ਇਹ ਪ੍ਰਧਾਨ ਹੈ ਅਕਾਲੀ ਦਲ ਬੀਜੇਪੀ ਕਾਂਗਰਸ, ਇਹ ਸਾਰੇ ਬੰਦੇ ਜੇ ਝਾੜੂ ਦੀ ਗੱਲ ਕਰਨੀ ਛੱਡ ਦੋਗੇ ਤਾਂ ਜ਼ੀਰੋ ਹੈ। ਇਹਨਾਂ ਨੇ ਸਟੇਟਾਂ ਦੇ ਅਹੁਦੇ ਵੀ ਲੈਣੇ ਆ ਤੇ ਝਾੜੂ ਵਾਲਾ ਲੀਡਰ ਵੀ ਨਹੀਂ ਛੱਡਣੀ, ਤੇ ਫਿਰ ਇਹਨਾਂ ਨੇ ਕਹਿਣਾ ਜੀ ਵੀ ਮੈਂ ਸਮਾਜ ਦਾ ਸਭ ਤੋਂ ਵੱਡਾ ਹਮਿਆਤੀ ਹਾਂ। ਵੀ ਦੱਸੋ ਵੀ ਜਿਹੜੀ ਰੂਲਿੰਗ ਗਵਰਨਮੈਂਟ ਹੋਊਗੀ ਉਹ ਓਪੋਜੀਸ਼ਨ ਨੂੰ ਕਿਤੇ ਇਸ਼ੂ ਬਣਾਉਣ ਦੇਗੀ, ਉਹਦੇ ਨਾਲ ਗੱਲ ਕਰੇਗੀ? ਬਿਲਕੁਲ ਉਹ ਨਹੀਂ ਗੱਲ ਕਰਨਾ ਚਾਹੇਗੀ ਉਹਦੇ ਨਾਲ। ਇਹ ਸਿਰਫ ਇੱਕ, ਉਹ ਜਿਹੜੇ ਵਿਚਾਰੇ ਮੁਲਾਜ਼ਮ ਹੈ ਉਹ ਵੀ ਉਹਨਾਂ ਦੇ ਪਿੱਛੇ ਲੱਗ ਜਾਂਦੇ, ਉਹਨਾਂ ਦੇ ਨਾਲ ਧਰਨੇ ਤੇ ਬਹਿ ਜਾਂਦੇ ਆ। ਧਰਨੇ ਤੇ ਬੈਠਣ, 100 ਵਾਰੀ ਬੈਠਣ, 1000 ਵਾਰੀ ਬੈਠਣ, ਲੱਖਾਂ ਦੀ ਤਾਦਾਦ 'ਚ ਬੈਠਣ, ਪਰਿਵਾਰ ਦੇ ਨਾਲ ਬੈਠਣ, ਉਹਨਾਂ ਨੂੰ ਕੋਈ ਨਹੀਂ ਰੋਕਦਾ। ਪਰ ਜਦੋਂ ਕੋਈ ਬੰਦਾ ਕਿਸੇ ਪਾਰਟੀ ਦੇ ਅਗੇਂਸਟ ਵਾਲਾ ਲੀਡਰ ਜਾ ਕੇ ਉੱਥੇ ਧਰਨਾ ਲਾਏਗਾ ਤੇ ਉਹਨਾਂ ਨੂੰ ਤਾਂ ਇਹੀ ਲੱਗਣਾ ਕਿ ਇੱਕ ਪੋਲੀਟੀਕਲ ਏਜੰਡਾ ਹੈ, ਵੀ ਇਹ ਪੋਲੀਟੀਕਲ ਵੋਟ ਬੈਂਕ ਉਹ ਲੀਡਰ ਆਪਣਾ ਤਿਆਰ ਕਰ ਰਿਹਾ। ਉਹਦੇ ਕਰਕੇ ਸਾਡੀ ਜਿਹੜੀ ਆਵਾਜ਼ ਆ ਉਹ ਪਾਰਟੀਆਂ 'ਚ ਜਾਂਦੀ ਨਹੀਂ ਰੂਲਿੰਗ ਗਵਰਨਮੈਂਟ ਵੱਲ, ਕਿਉਂਕਿ ਸਰਕਾਰ ਕਾਂਗਰਸ ਦੀ ਆ, ਧਰਨੇ ਅਕਾਲੀ ਲਾਈ ਜਾਂਦੇ ਆ, ਸਰਕਾਰ ਅਕਾਲੀਆਂ ਦੀ ਆ ਤੇ ਕਾਂਗਰਸ ਵਾਲੇ ਧਰਨੇ ਲਾਈ ਜਾਂਦੇ ਆ। ਆਹ ਹਾਲਾਤ ਜਿਹੜੇ ਆ ਹਰ ਸਾਲ ਚੱਲਦੇ ਆ, ਇਹ ਮਜ਼ਾਕ ਉਡਾਉਂਦੇ ਆ ਸਾਡਾ। 5 ਸਾਲ ਦੀ ਵਾਰੀ ਹੈ, 5 ਸਾਲਾਂ ਬਾਅਦ ਉਸ ਲੀਡਰ ਨੇ ਧਰਨਾ ਲਵਾ ਦੇਣਾ, 5 ਸਾਲਾਂ ਬਾਅਦ ਉਸ ਲੀਡਰ ਨੇ ਧਰਨਾ ਲਵਾ ਦੇਣਾ ਵੀ ਸਾਨੂੰ ਪੱਕੇ ਕਰੋ, ਗੱਲ ਖਤਮ। ਇੱਥੇ ਤੱਕ ਹੀ ਹੈ ਜੀ ਸਾਡੇ ਜਿਹੜੇ ਸਫਾਈ ਕਰਮਚਾਰੀਆਂ ਦਾ ਟਾਰਗੇਟ ਅਚੀਵ ਨਹੀਂ ਹੋ ਪਾਉਂਦਾ। ਜਨਰਲ ਡਿਮਾਂਡ ਕੀ ਹੈ? ਜਨਰਲ ਡਿਮਾਂਡ ਕੀ ਹੈ ਸਫਾਈ ਕਰਮਚਾਰੀਆਂ ਦੀ? ਸਾਨੂੰ ਰੈਗੂਲਾਈਜ਼ ਕੀਤਾ ਜਾਵੇ। ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਅਚੀਵ ਕਿੱਦਾਂ ਹੋਏਗੀ? ਅਚੀਵ ਤਾਂ ਹੋਣੀ ਨਹੀਂ, ਕਿਉਂਕਿ ਜਿਹੜਾ ਯੂਨੀਅਨ ਲੀਡਰ ਗੱਲ ਕਰਨ ਜਾਂਦਾ ਪਿਆ ਉਹਦੇ ਨਾਲ ਦੂਸਰਾ ਬੰਦਾ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਦੂਸਰੀ ਪਾਰਟੀ ਤੋਂ। ਬਿਲਕੁਲ ਜਿਹੜਾ ਯੂਨੀਅਨ ਲੀਡਰ ਆ ਉਹ ਨਾਨ ਪੋਲੀਟੀਕਲ ਹੋਣਾ ਚਾਹੀਦਾ। ਪਰ ਸਾਡੇ ਜਿਹੜੇ ਸਫਾਈ ਕਰਮਚਾਰੀਆਂ ਦੇ ਲੀਡਰ ਆ ਉਹ ਜ਼ਿਆਦਾਤਰ ਓਪੋਜੀਸ਼ਨ 'ਚ ਹੀ ਹੋਣਗੇ। ਉਹ ਜਾਣ ਕੇ ਉਹਨਾਂ ਨੂੰ ਮੁੱਦਾ ਚਾਹੀਦਾ, ਹਾਲਾਂਕਿ ਮੁੱਦਾ ਤਾਂ ਰਾਈਟ ਹੈ, ਬਿਲਕੁਲ ਸਹੀ ਹੈ, ਧਰਨੇ ਹੋਣੇ ਚਾਹੀਦੇ ਆ, ਪਰ ਧਰਨਾ ਉਹ ਬੰਦਾ ਲਵਾਉਂਦਾ ਪਿਆ ਜਿਹੜਾ ਓਪੋਜੀਸ਼ਨ 'ਚ ਆ। ਇਹ ਹਾਲਾਤ। ਸੋ ਜਿਹੜੀ ਇਹ ਗੇਮ ਹੈ ਬਹੁਤ ਹੀ ਦਿਮਾਗ ਨਾਲ ਖੇਡੀ ਜਾ ਰਹੀ ਹੈ, ਪੋਲੀਟੀਸ਼ੀਅਨ ਤਰੀਕੇ ਨਾਲ ਖੇਡੀ ਜਾ ਰਹੀ ਹੈ ਕਿ ਨਹੀਂ? ਦੇਖੋ ਜੀ, ਪੋਲਿਟਿਕਸ ਤਾਂ ਮੈਂ ਤੁਹਾਨੂੰ ਦੱਸਦਾ ਵੀ ਪੋਲਿਟਿਕਸ ਸਾਡੇ ਲੀਡਰ ਕਰਾ ਰਹੇ ਆ। ਜੇ ਇਹਨਾਂ ਨੇ ਲੜਨਾ ਹੈ ਸਫਾਈ ਸੇਵਕਾਂ ਦੇ ਲਈ, ਅੱਜ ਲਾਸਟ ਲਈ ਵੋਟਾਂ ਦੇ ਟਾਈਮ ਤੇ ਕਿਉਂ? ਬਿਲਕੁਲ ਅੱਜ ਲਾਸਟ ਤੇ ਨਹੀਂ ਕਿਉਂ ਆਇਆ? ਲੜਨ ਮਰਨ ਨੂੰ ਤਾਂ ਮੌਕਾ ਹੀ ਪਿਆ। ਬਿਲਕੁਲ ਮੈਂ ਇੱਕ ਬੈਸਟ ਐਗਜ਼ਾਮਪਲ ਦਿੰਦਾ ਤੁਹਾਨੂੰ ਪੰਜਾਬ ਦੀ, ਜਿਹਨੇ ਪੂਰੇ ਵਰਲਡ ਤੇ ਇੰਪੈਕਟ ਕੀਤਾ ਉਹਦੀ ਐਜੀਟੇਸ਼ਨ ਨੇ, ਕਿਸਾਨ ਅੰਦੋਲਨ। ਬਿਲਕੁਲ 3 ਲਾਅ ਪਾਰਲੀਮੈਂਟ 'ਚ ਬਣੇ ਆ। ਬਿਲਕੁਲ ਇੰਡੀਅਨ ਪਾਰਲੀਮੈਂਟ 'ਚ, ਕੋਈ ਲੋਕਲ ਅਸੈਂਬਲੀ 'ਚ ਨਹੀਂ ਬਣੇ। ਇੰਡੀਅਨ ਪਾਰਲੀਮੈਂਟ ਦੇ ਅਗੇਂਸਟ ਜਿਹੜੀ ਆ ਕਿਸਾਨ, ਜਿਹਨੂੰ ਤੁਸੀਂ ਅਨਪੜ੍ਹ ਕਹਿੰਦੇ ਨਾ, ਬਿਲਕੁਲ ਉਹ ਖੜਾ ਹੈ ਅੱਜ ਤੱਕ। ਬਿਲਕੁਲ ਉਹਦਾ ਲੀਡਰ ਅੱਜ ਤੱਕ ਨਹੀਂ ਵਿਕਿਆ। ਤੁਸੀਂ ਗੱਲ ਕਰਦੇ 7 ਮਹੀਨੇ ਹੋ ਗਏ ਨਾ। ਹਾਂਜੀ, ਉਹਨਾਂ ਨੇ ਬੈਠੇ ਰਹਿਣਾ ਆ ਕਿਉਂਕਿ ਉਹਨਾਂ ਦੇ ਪੋਲੀਟੀਕਲ ਦੱਲੇ ਨਹੀਂ ਹੈਗੇ। ਸਹੀ ਗੱਲ ਆ। ਉਹਨਾਂ ਦੀ ਸਟੇਜ ਦੇ ਉੱਪਰ, ਮੰਨ ਲਓ ਮੈਂ ਮਾਫ ਕਰਨਾ, ਸਾਡੀ ਸਟੇਜ ਲੱਗੀ ਹੁੰਦੀ, ਜੇ ਕਿਤੇ ਸੀਐਮ ਨੇ ਦੌਰ ਕਰਨਾ ਹੁੰਦਾ ਤੇ ਸਾਡੇ 100 ਡੱਡੂ ਉੱਠਿਆ ਨੇ ਸੀ
ਵੀ ਸੀਐਮ ਆ ਰਿਹਾ ਜੀ, ਆਪਸ 'ਚ ਹੀ ਲੜ ਮਾਰ ਜਾਣਾ ਸੀ ਵੀ ਨਹੀਂ ਸੀਐਮ ਨੂੰ ਚੇਅਰ ਦਿਓ, ਉਸ ਐਜੀਟੇਸ਼ਨ ਦੇ ਵਿੱਚ ਬਿਲਕੁਲ ਜਾਂ ਪੀਐਮ ਨੂੰ ਮੌਕਾ ਦਿਓ ਜੀ। ਸਾਡੇ ਲੋਕਾਂ ਨੇ ਆਪਸ 'ਚ ਲੜ ਮਾਰ ਪਾਉਣਾ ਹੈ। ਪਰ ਜੇ ਕੋਈ ਪੋਲੀਟੀਕਲ ਸਟੇਜ ਲੱਗ ਰਹੀ ਹੈ ਤਾਂ ਉਹ ਕਿਸਾਨ ਅੰਦੋਲਨ ਤੋਂ ਅਲੱਗ ਲੱਗ ਰਹੀ ਹੈ। ਉਹ ਉਹਦੇ ਵਿੱਚ ਨਹੀਂ ਆਉਣ ਦੀ ਕੋਈ ਜ਼ਰੂਰਤ ਕਰਦਾ। ਬਿਲਕੁਲ ਨਾ ਹੀ ਕੋਈ ਸੈਂਟਰ ਮਿਨਿਸਟਰ, ਨਾ ਹੀ ਕੋਈ ਸਟੇਟ ਮਿਨਿਸਟਰ, ਨਾ ਹੀ ਕੋਈ ਚੀਫ ਮਿਨਿਸਟਰ, ਨਾ ਹੀ ਕੋਈ ਪੀਐਮ ਤੇ ਨਾ ਹੀ ਕੋਈ ਨਾ ਕੋਈ ਹਾਲੇ ਤੱਕ ਆਇਆ ਵੀ ਹੈ, ਉਹ ਆਣ ਹੀ ਨਹੀਂ ਦੇ ਰਹੇ। ਕਿਉਂਕਿ 7 ਮਹੀਨੇ ਹੋ ਚੱਲੇ ਨੇ। ਉਹਨਾਂ ਦੀ ਦੇਖੋ, ਉਹਨਾਂ ਦੇ ਜਿਹੜੇ ਮੀਡੀਏਟਰ ਤਾਂ ਰੋਜ਼ ਮੀਡੀਆ ਤੇ ਗੱਲ ਕਰਦੇ ਆ, ਆਓ 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 ਗੱਲ ਕਰੋ। ਬਿਲਕੁਲ ਜੇ ਇੰਨੀ ਦੇਰ ਨੂੰ ਆ ਸਾਡੇ ਲੀਡਰ ਹੁੰਦੇ, ਯੂਨੀਅਨ ਲੀਡਰ, ਇਹ ਤਾਂ ਚਾਹੁੰਦੇ ਆ ਵੀ ਅਸੀਂ ਉਹਨਾਂ ਦੀ ਝੋਲੀਆਂ 'ਚ ਬੈਠੀਏ। ਕਿੱਡਾ ਵੱਡਾ ਫੈਸਲਾ ਆ ਜਿਹੜਾ ਪੀਐਮ ਤੱਕ ਰੋਜ਼ ਇਹ ਗੱਲ ਕਹਿਣ ਨੂੰ ਮੰਨਣ ਨੂੰ ਤਿਆਰ ਆ ਕਿ ਮੈਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ। ਬਿਲਕੁਲ ਸਾਡੇ ਪੀਐਮ ਦੀ ਗੱਲ ਛੱਡੋ, ਕੋਈ ਮੰਤਰੀ ਵੀ ਬੁਲਾ ਜਾਵੇ ਪੂਰਾ ਟੱਬਰ ਪਹੁੰਚ ਜਾਂਦਾ। ਸਮਾਜ ਨੂੰ ਛੱਡ ਕੇ ਟੱਬਰ ਨੂੰ ਲੈ ਕੇ ਚਲ ਜਾਂਦੇ ਆ। ਬਿਲਕੁਲ ਵੀ ਇਹਦਾ ਕੰਮ ਕਰਾ ਦਿਓ, ਉਹਦਾ ਕੰਮ ਕਰਾ ਦਿਓ, ਬਾਕੀ ਗੱਲ ਬਾਅਦ ਚ ਜੀ, ਉਹ ਸਮਾਜ ਵਾਲਾ ਆਪਾਂ ਦੇਖ ਲਾਂਗੇ। ਆਹ ਹਾਲਾਤ ਹੈ ਜੀ। ਕਿਸਾਨ ਅੰਦੋਲਨ ਵਰਗੀ ਮੂਵਮੈਂਟ ਸਾਡਾ ਭਾਈਚਾਰਾ ਕਰ ਕਿਉਂ ਨਹੀਂ ਰਿਹਾ? ਕਿਉਂ? ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਪਹਿਲੇ ਦਿਨ ਹੀ ਜਿਹੜੀ ਆ ਜੜ ਫੜ ਲਈ। ਉਹ ਜਿਹੜੀ ਜੜ ਉਹਨਾਂ ਦੀਆਂ ਜ਼ਮੀਨਾਂ ਤੇ ਲੱਗਣੀ ਸੀ, ਉਹ ਜੱਟ ਉੱਥੇ ਖੜੇ ਹੋ ਗਏ। ਕਿਸਾਨ ਜਿਹੜੇ ਆ ਮਜ਼ਦੂਰਾਂ ਨੂੰ ਨਾਲ ਲੈ ਕੇ ਇੱਕ ਵਰਲਡ ਵਾਈਡ ਅੰਦੋਲਨ ਬਣਾਤਾ। ਬਿਲਕੁਲ ਕਿ ਮੈਂ ਇਹ ਠੇਕੇਦਾਰੀ ਦੀ ਜਿਹੜੀ ਜੜ ਹੈ ਉਹ ਪੰਜਾਬ 'ਚ ਨਹੀਂ ਲੱਗਣ ਦੇਣੀ। ਬਿਲਕੁਲ ਹਨਾ ਜੀ। ਜੇ ਉਹ ਜੜ ਉਹਨਾਂ ਨੇ ਫੜ ਲਈ ਹੈ ਤੇ ਸਾਡੇ ਲੀਡਰ ਕੀ ਕਹਿੰਦੇ ਆ ਜੀ? ਸਾਡੇ ਲੀਡਰਾਂ ਨੇ ਅੱਜ ਤੱਕ ਜੜ ਹੀ ਨਹੀਂ ਫੜੀ। ਸਾਡੇ ਲੀਡਰ ਜੜ ਹੀ ਨਹੀਂ ਫੜਦੇ ਵੀ ਠੇਕੇਦਾਰੀ ਵਾਲਮੀਕਿਆਂ 'ਚ ਆ ਕੇ ਆਉਂਗੇ। 2-2 ਮਰਲਿਆਂ ਦੇ ਘਰ ਆ, ਉਸ ਤੋਂ ਵੱਧ ਘਰ ਨਹੀਂ ਹੈਗਾ ਦਲਿਤ ਸਮਾਜ ਦੇ ਵਿੱਚ, ਖਾਸ ਕਰ ਵਾਲਮੀਕਿਆਂ ਕੋਲ। ਲੈਂਡਲੈਸ ਕਮਿਊਨਿਟੀ ਹੈ ਜ਼ਿਆਦਾ, ਤਾਂ ਮੈਂ ਕਹਿੰਦਾ। ਮੈਂ ਖੁਦ ਲੈਂਡਲੈਸ ਆ, ਮੇਰੇ ਕੋਲ ਖੁਦ 2 ਮਰਲੇ ਦਾ ਘਰ ਆ। ਅਸੀਂ ਸਾਰੇ ਇਸੇ ਹਾਲਾਤਾਂ ਦੇ ਵਿੱਚੋਂ ਆ। ਇਹਦਾ ਕਾਰਨ ਕੀ ਹੈ? ਕਿ ਸਾਡੇ ਜਿਹੜੇ ਲੀਡਰ ਹੈ ਉਹ ਇਦਾਂ ਦੀ ਮੂਵਮੈਂਟ ਨਹੀਂ ਬਣਾ ਸਕਦੇ। ਲੀਡਰ ਮਤਲਬ ਕਿਤੇ ਨਾ ਕਿਤੇ ਆਪਣਾ ਯੋਗਦਾਨ ਚੰਗੇ ਤਰੀਕੇ ਨਾਲ ਨਹੀਂ ਪਾ ਰਹੇ। ਨਹੀਂ, ਯੋਗਦਾਨ ਦੀ ਤਾਂ ਗੱਲ ਹੀ ਛੱਡੋ। ਵੀ ਸਾਡਾ ਜਿਹੜਾ ਜ਼ਿਆਦਾ ਤੱਕ ਬੁਰਾ ਹਾਲ ਹੈ ਠੇਕੇਦਾਰੀ ਵਾਲਮੀਕਿਆਂ 'ਚ, ਸਫਾਈ ਸੇਵਕਾਂ 'ਚ ਆਈ ਕਿਹਨਾਂ ਦੀ ਬਦੌਲਤ ਹੈ? ਲੀਡਰਾਂ ਦੀ ਬਦੌਲਤ। ਇਹ ਅੱਜ ਰੈਗੂਲਾਈਜ਼ ਕਰਨ ਦੀ ਗੱਲ ਕਰਦੇ ਆ। ਇਹ ਕਹਿਣ ਕਿ ਸਫਾਈ ਸੇਵਕ ਹੋਣਾ ਹੀ ਔਨ ਪਰਮਾਨੈਂਟ ਰਿਕਰੂਟਮੈਂਟ ਤੇ ਹੋਣਾ ਚਾਹੀਦਾ, ਪੱਕੀ ਮੰਗ ਲੈ ਕੇ ਆਉਣ। ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ ਕਿ ਬਾਬਾ ਸਾਹਿਬ ਅੰਬੇਡਕਰ ਨੇ ਬਿਲਕੁਲ ਜਦੋਂ ਸ਼ੋਸ਼ਣ ਸਿਆ, ਸਕੂਲ 'ਚ ਐਂਟਰ ਨਹੀਂ ਕਰਨ ਦਿੱਤਾ, ਕਾਲਜਾਂ 'ਚ ਐਂਟਰ ਨਹੀਂ ਕਰਨ ਦਿੱਤਾ। ਬਿਲਕੁਲ ਤੇ ਉਹਨਾਂ ਨੇ ਉਹ ਟੈਂਪਰੇਰੀ ਲਾ ਨਹੀਂ ਬਣਾਇਆ ਸੀਗਾ ਕਿ ਜਦੋਂ ਤੱਕ ਮੈਂ ਜਿੰਦਾ ਉਦੋਂ ਤੱਕ ਹੀ ਇਹ ਕਾਨੂੰਨ ਰਵੇ, ਸ਼ੁਭ ਸ਼ਾਤਨਾਮ। ਬਿਲਕੁਲ ਅੱਜ ਅਸੀਂ ਸਾਰੇ ਉਹਦਾ ਬੈਨੀਫਿਟ ਲੈ ਰਹੇ ਹਾਂ, ਇਕੁਆਲਿਟੀ ਲੈ ਰਹੇ ਹਾਂ, ਇਕੁਅਲ ਓਪਰਚੁਨਿਟੀ ਲੈ ਰਹੇ ਹਾਂ। ਸਾਡੇ ਨਾਲ ਐਕਸਪਲੋਇਟੇਸ਼ਨ ਨਹੀਂ ਹੋ ਰਿਹਾ, ਕਿਸੇ ਨੂੰ ਕੋਈ ਬਹੁਤਾ ਰਾਜੇ ਮਹਾਰਾਜਾ ਦਾ ਤਾਜ ਨਹੀਂ ਹੈ, ਸਾਰੇ ਬਰਾਬਰ ਆ। ਟਾਈਟਲ ਰਿਮੂਵ ਕੀਤੇ ਗਏ ਆ ਇੰਡੀਅਨ ਕਨਸਟੀਟਿਊਸ਼ਨ 'ਚ। ਇਹ ਨਹੀਂ ਵੀ ਤੁਸੀਂ ਮਹਾਰਾਜੇ ਸੀ, ਤੁਹਾਡਾ ਟੱਬਰ ਮਹਾਰਾਜਾ ਦੇ ਨਾਮ ਨਾਲ ਹੀ ਜਾਣਿਆ ਜਾਣਾ। ਇਹ ਇੰਡੀਅਨ ਕਨਸਟੀਟਿਊਸ਼ਨ 'ਚ ਉਹਨੂੰ ਰਿਮੂਵ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਸਭ ਬਰਾਬਰ ਆ, ਸਭ ਇੰਡੀਅਨ ਸਿਟੀਜ਼ਨ ਹੈ। ਜੇ ਉਹਨੂੰ ਰਿਮੂਵ ਕਰਨ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੇ ਕੋਈ ਟੈਂਪਰੇਰੀ ਇਦਾਂ ਦੀ ਪ੍ਰੋਵੀਜ਼ਨ ਨਹੀਂ ਬਣਾਈ, ਤੇ ਸਾਡੇ ਲੀਡਰ ਕਿਉਂ ਟੈਂਪਰੇਰੀ ਫਾਈਟ ਲੜ ਰਹੇ ਆ? ਲੜਾਈ ਕਰਨ ਪੱਕੇ ਲੈਵਲ ਤੇ, ਤਾਂ ਕਿ ਠੇਕੇਦਾਰੀ ਇਹ ਨਹੀਂ ਕਿ ਆਉਣ ਵਾਲੇ 10 ਸਾਲਾਂ ਬਾਅਦ ਫਿਰ ਕੋਈ ਇਦਾਂ ਦਾ ਹੀ ਲੀਡਰ ਪੈਦਾ ਹੋ ਜਾਵੇ ਜਿਹੜਾ ਬੀਜੇਪੀ, ਕਾਂਗਰਸ, ਅਕਾਲੀ ਦਲ ਦਾ ਸਟੇਟ ਪ੍ਰਧਾਨ ਹੋਣ ਤੇ ਬਾਅਦ ਚੋਂ ਆ ਕੇ ਫਿਰ ਕਹਿਣ ਜੀ ਵੀ ਮੈਂ ਯੂਨੀਅਨ ਲੀਡਰ ਹੀ ਹਾਂ। ਕਿਉਂ? ਕਿਉਂਕਿ ਜਦੋਂ ਪਾਰਟੀਆਂ 'ਚ ਨਹੀਂ ਕੁਝ ਬਣਦੇ ਫਿਰ ਇਹਨਾਂ ਨੂੰ ਪਤਾ ਵੀ ਰੋਟੀ ਖਾਣ ਜੋਗਾ ਯੂਨੀਅਨ ਤਾਂ ਹੈ ਸਾਡੇ ਕੋਲ। ਯੂਨੀਅਨ ਤਾਂ ਹੈ। ਇਹ ਯੂਨੀਅਨ ਦੀ ਪ੍ਰਧਾਨਗੀ ਵੀ ਨਹੀਂ ਛੱਡਦੇ। ਬਿਲਕੁਲ ਦੇਖੋ, ਸਿੱਖ ਕਮਿਊਨਿਟੀ ਤੋਂ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ। ਸਿੱਖਾਂ ਦੇ ਵਿੱਚ ਕੀ ਹੁੰਦਾ, ਜੇ ਉਹ ਕੋਈ ਐਜੀਪੀਸੀ ਦਾ ਮੈਂਬਰ ਹੈ, ਉਹ ਪੋਲੀਟੀਕਲ ਮੈਂਬਰ ਨਹੀਂ ਹੋਏਗਾ, ਉਹ ਨਾਨ ਪੋਲੀਟੀਕਲ ਏਜੰਸੀ ਬਣਾਉਂਦੇ। ਭਾਵੇਂ ਉਹਨੂੰ ਕਹਿਣ ਕਿ ਉਹ ਅਕਾਲੀਆਂ ਦੇ ਨਾਲ ਜੁੜੀ ਹੈ, ਉਹ ਕਾਂਗਰਸ ਨਾਲ ਜੁੜੀ ਹੈ, ਉਹ ਬੀਜੇਪੀ ਨਾਲ ਜੁੜੀ ਹੈ, ਪਰ ਉਹਦਾ ਬੰਦਾ ਕੋਈ ਡਾਇਰੈਕਟ ਮੈਂਬਰ ਕੋਈ ਤਾਂ ਨਹੀਂ ਹੈਗਾ ਕਿਸੇ ਦਾ। ਪਰ ਐਲੀਗੇਸ਼ਨ ਲੱਗਦੇ ਆ। ਪਰ ਸਾਡੇ ਵਾਲੇ ਬੰਦੇ, ਸਾਡੇ ਸਾਰੇ, ਚਾਹੇ ਕੋਈ ਵੀ ਬੰਦਾ ਹੋਵੇ, ਉਹ ਡਾਇਰੈਕਟ ਉਹਨਾਂ ਦੇ ਮੈਂਬਰ ਹੋਊਗੇ। ਧਾਰਮਿਕ ਜਥੇਬੰਦੀਆਂ ਦੇ ਵੀ ਹੋਊਗੇ, ਸਮਾਜਿਕ ਦੇ ਵੀ ਹੋਊਗੇ, ਲੀਡਰ ਦੇ ਵੀ ਹੋਊਗੇ, ਪੋਲੀਟੀਕਲ ਦੇ ਵੀ ਹੋਊਗੇ, ਵੀ ਸਾਰੇ ਕੰਮ ਅਸੀਂ ਹੀ ਕਰਨੇ। ਪਰ ਬਾਕੀ ਭਾਈਚਾਰੇ 'ਚ ਕੀ ਹੁੰਦਾ ਹੈ? ਪੋਲੀਟੀਕਲ ਦੇ ਲਈ ਕੋਈ ਬੰਦਾ ਇੱਕ ਹੋਰ ਹੈ, ਸੋਸ਼ਲ ਫੀਲਡ ਲਈ ਹੋਰ ਹੈ, ਹਨਾ ਜੀ, ਤੇ ਰਾਜਨੀਤੀ ਲਈ ਹੋਰ ਹੈ, ਸੋਸ਼ਲ ਫੀਲਡ ਲਈ ਹੋਰ ਹੈ। ਉਹਨਾਂ ਨੇ ਫੀਲਡ ਵੰਡੇ ਪਏ ਆ। ਸਾਡੇ ਸਿਰਫ ਇੱਕ ਲੀਡਰ ਕਹਿੰਦਾ ਜੀ ਸਫਾਈ ਯੂਨੀਅਨ ਮੇਰੀ ਹੈ, ਸਫਾਈ ਯੂਨੀਅਨ ਵੀ ਮੇਰੀ ਹੈ, ਪੋਲੀਟੀਕਲ ਪਾਰਟੀ ਪੋਲੀਟੀਕਲ ਐਡਵਾਂਟੇਜ ਵੀ ਮੈਂ ਹੀ ਲਵਾਂ, ਤੇ ਜੋ ਓਪਰਚੁਨਿਟੀਜ਼ ਆਉਂਦੀ ਆ ਬਤੌਰ ਰਿਜ਼ਰਵੇਸ਼ਨ ਦੇ ਹਿਸਾਬ ਦੇ ਨਾਲ, ਜੇ ਸੀਟ ਦੇ ਵਿੱਚ ਸੀਟ ਮਿਲਣੀ ਚਾਹੀਦੀ ਉਹ ਵੀ ਮੈਨੂੰ ਹੀ ਮਿਲੇ। ਇਹ 4-5 ਲੀਡਰ ਹੀ ਹੋਣੇ ਆ। 4-5 ਲੀਡਰਾਂ ਤੋਂ ਵੱਧ ਇਹ ਪੰਜਾਬ ਦੇ ਵਿੱਚ ਕੋਈ ਬਹੁਤੇ ਵਾਲਮੀਕਿਆਂ ਨੇ ਗਰੋਥ ਨਹੀਂ ਕਰਨੀ। ਸਫਾਈ ਸੇਵਕਾਂ ਦੀ ਗਰੋਥ ਕਦੀ ਹੋਣੀ ਨਹੀਂ। ਇਹਦਾ ਜੈਨੇਸਿਸ ਜਿਹੜਾ ਹੈ ਨਾ, ਇਹਦਾ ਜਨਮ ਹੀ ਜਿਹੜਾ ਆ ਉਹ ਸਾਡੇ ਲੀਡਰ ਹੈ। ਅਗਰ ਕਿਸਾਨ ਅੰਦੋਲਨ ਵਾਂਗੂ ਵੱਟ ਕੇ ਪੈ ਜਾਂਦੇ, ਬਿਲਕੁਲ, ਕਿ ਅਸੀਂ ਠੇਕੇਦਾਰੀ ਅੱਜ ਤੋਂ ਬਾਅਦ
ਰਿਕਰੂਟਮੈਂਟ ਹੀ ਪਰਮਾਨੈਂਟ ਤੇ ਹੋਏਗੀ, ਅਸੀਂ ਐਕਸੈਪਟ ਨਹੀਂ ਕਰਦੇ। ਇਹਨਾਂ ਦਾ ਨਹੀਂ, ਇਹਨਾਂ ਨੂੰ ਪਤਾ ਆ ਕਿ ਅੱਜ ਮੈਂ ਲੀਡਰ ਆ, ਕੱਲ ਨੂੰ ਮੇਰਾ ਨਿਆਣਾ ਵੀ ਤਾਂ ਲੀਡਰ ਬਣਨਾ ਹੀ ਆ, ਬਿਲਕੁਲ ਕੱਲ ਨੂੰ ਮੇਰਾ ਭਤੀਜਾ ਵੀ ਲੀਡਰ ਬਣਨਾ ਆ। ਇਹ ਫਿਊਚਰ ਪਲੈਨਿੰਗ ਲਾ ਕੇ ਬੈਠੇ ਆ। ਕੋਈ ਨਹੀਂ, ਅੱਜ ਆਪਣੀ ਸਰਕਾਰ ਨਹੀਂ, ਅਗਲੀ ਵਾਰੀ ਸਰਕਾਰ ਦੇ ਵਿੱਚ ਐਡਵਾਂਟੇਜ ਲਵਾਂ। ਇਹ ਹਾਲਾਤ ਹੈ ਜੀ ਇਹਨਾਂ ਕੋਲ। ਮੈਂ ਤੁਹਾਨੂੰ ਦੱਸਿਆ ਵੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਸੀਗੇ, ਬਿਲਕੁਲ ਪੰਜਾਬ ਸਰਕਾਰ 'ਚ 10 ਸਾਲ ਚੇਅਰਮੈਨ ਰਹੇ ਸਫਾਈ ਕਰਮਚਾਰੀ 'ਚੋਂ, ਉਹ ਲੁਧਿਆਣਾ ਤੋਂ ਹੀ ਸੀਗੇ। 46 ਕਰੋੜ ਦਾ ਸਕੈਮ ਸਫਾਈ ਸੇਵਕਾਂ ਦਾ ਉੱਥੋਂ ਨਿਕਲਿਆ। 46 ਕਰੋੜ ਕਿੰਨੀ ਵੱਡੀ ਅਮਾਉਂਟ ਹੈ, ਬਹੁਤ ਵੱਡੀ ਅਮਾਉਂਟ ਹੈ। ਜੇ ਉਹ 46 ਕਰੋੜ ਦਲਿਤ ਭਾਈਚਾਰੇ ਜਾਂ ਸਫਾਈ ਸੇਵਕਾਂ ਦੇ ਅਕਾਊਂਟ ਦੇ ਵਿੱਚ ਹੁੰਦਾ, ਉਹਨਾਂ ਦਾ ਇਕਨੋਮਿਕਲੀ ਕਿੰਨੀ ਗਰੋਥ ਹੁੰਦੀ, ਉਹਨਾਂ ਦੇ ਬੱਚੇ ਪੜ੍ਹਦੇ, ਜਾਂ ਉਹ ਪੈਸੇ ਦਾ ਜਿਹੜਾ ਯੂਜ਼ ਹੈ ਆਪਣੀ ਇੰਡੀਵਿਜੂਅਲ ਗਰੋਥ ਲਈ, ਬੱਚਿਆਂ ਦੀ ਗਰੋਥ ਦੇ ਲਈ, ਸਟੱਡੀ ਦੇ ਲਈ ਕਿਤੇ ਲਗਾਉਂਦੇ। ਨਹੀਂ, ਕਿਤੇ ਨਾ ਕਿਤੇ ਸਮਾਜ ਦੀ ਹੀ ਗਰੋਥ ਹੁੰਦੀ ਨਾ। ਬਿਲਕੁਲ ਜੀ। ਦੇਖੋ ਜੀ, ਮੇਨ ਜਿਹੜੀ ਗਰੋਥ ਦੀ ਹੈ ਇਕਨੋਮਿਕਲੀ ਜਿਹੜਾ ਬੈਕਬੋਨ ਆ ਹਰ ਇੱਕ ਦੇ ਲਈ। ਇਸ ਵੇਲੇ ਬਿਨਾਂ ਇਕਨੋਮੀ ਤੋਂ ਕੋਈ ਵੀ ਕਮਿਊਨਿਟੀ ਸਟੈਂਡ ਨਹੀਂ ਕਰ ਸਕਦੀ। ਜੇ ਅਸੀਂ ਕਿਸਾਨ ਅੰਦੋਲਨ ਦੀ ਵੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਕਈ ਸਪੋਰਟਰ ਆ, ਫਾਈਨੈਂਸ਼ੀਅਲ ਸਪੋਰਟਰ ਆ, ਤਾਂ ਹੀ ਉਹ ਸਟੈਂਡ ਕਰ ਪਾਈ ਆ, ਅੱਜ ਤੱਕ ਸਰਵਾਈਵ ਕਰ ਪਾ ਰਹੇ ਆ। ਤੇ ਜੇ ਇਹਨਾਂ ਕੋਲ ਪੈਸੇ ਨਹੀਂ ਹੋਊਗਾ, ਜਿਹਨਾਂ ਕੋਲ ਰੋਟੀ ਖਾਣ ਲਈ ਨਹੀਂ, ਉਹਨਾਂ ਨੇ ਐਜੀਟੇਸ਼ਨ ਕੀ ਕਰਨਾ? ਬਿਨਾਂ ਰਸਦ ਤੋਂ ਲੜਾਈ ਨਹੀਂ ਹੁੰਦੀ। ਜਿਵੇਂ ਤੁਸੀਂ ਗੱਲ ਕੀਤੀ ਕਿਸਾਨ ਅੰਦੋਲਨ ਦੀ ਨਾ, 7 ਮਹੀਨੇ ਹੋ ਚੱਲੇ ਨੇ ਜੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਹਾਲੇ ਵੀ ਆਪਣੀ ਆਕੜ ਵਿੱਚ ਹੀ ਰਹੂਗੀ, ਜਾਂ ਫਿਰ ਕਿਤੇ ਨਾ ਕਿਤੇ ਇਲੈਕਸ਼ਨਸ ਵੀ ਨੇੜੇ ਆ ਰਹੇ ਨੇ, ਹਨਾ, ਗੱਲ ਮੰਨ ਲਓਗੀ, ਜਾਂ ਫਿਰ ਇਸ ਚੀਜ਼ ਦਾ ਸੋਲੂਸ਼ਨ ਕੀਤਾ ਜਾਊਗਾ? ਕਿਉਂਕਿ ਕਿਸਾਨਾਂ ਨੇ ਇੱਕ ਗੱਲ ਹੀ ਕਹੀ ਹੈ, ਅਗਰ ਸਾਡੀ ਸ਼ਰਤ ਮੰਨੀ ਗਈ, ਹਨਾ, ਅਸੀਂ 2 ਘੰਟੇ ਦੇ ਵਿੱਚ ਹੀ ਦਿੱਲੀ ਖਾਲੀ ਕਰਕੇ ਆਪਣੇ ਪਿੰਡਾਂ ਵਿੱਚ ਚੱਲ ਜਾਵਾਂਗੇ। ਦੇਖੋ ਵੀ, ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰਸਤਾਵਨਾ ਆਇਆ, ਪ੍ਰੈਂਬਲ ਆਫ ਇੰਡੀਆ, ਬਿਲਕੁਲ ਉਹਦੇ ਵਿੱਚ ਪਹਿਲੀ ਗੱਲ ਲਿਖੀ ਪਈ ਆ, ਵੀ ਦੇ ਪੀਪਲ ਆਫ ਇੰਡੀਆ ਹੈਵਿੰਗ ਸੋਲਮਨਲੀ ਰਿਜ਼ੋਲਵ ਟੂ ਇੰਡੀਅਨ ਕਨਸਟੀਟਿਊਸ਼ਨ, ਜਿਹੜਾ ਵੀ ਅਸੀਂ ਇਹ ਡੈਮੋਕ੍ਰੇਸੀ ਨੂੰ ਅਡਾਪਟ ਕਰ ਰਹੇ ਹਾਂ, ਸੋਵਰੈਨਿਟੀ ਨੂੰ, ਸੋਸ਼ਲਿਟੀ ਨੂੰ, ਰਿਪਬਲਿਕ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ, ਹਾਂਜੀ, ਇਹਦੀ ਫਰਟਰਨਿਟੀ, ਇਹਦੀ ਡਿਗਨਿਟੀ, ਉਹਨੂੰ ਅਸੀਂ ਅਡਾਪਟ ਕਰ ਰਹੇ ਹਾਂ। ਇਹ ਕਿਉਂ ਕਰ ਰਹੇ ਹਾਂ? ਇਹ ਲੋਕਤੰਤਰ ਹੈ, ਡਿਕਟੇਟਰਸ਼ਿਪ ਨਹੀਂ ਹੈ। ਜੇ ਅੱਜ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੂੰ ਨਹੀਂ ਮੰਨਣ ਤੇ ਰਾਜੀ, ਸਮਾਂ ਆਉਣ ਤੇ ਇਹੀ ਲੋਕ ਆਪਣੀ ਵੋਟ ਓਪੀਨੀਅਨ ਪੋਲ ਪਾਉਣਗੇ ਤੇ ਸਰਕਾਰ ਖਤਮ ਹੋ ਜਾਏਗੀ। ਬਿਲਕੁਲ ਡੈਮੋਕ੍ਰੇਸੀ ਦਾ ਤਾਂ ਮਤਲਬ ਡਿਕਟੇਟਰਸ਼ਿਪ ਥੋੜੀ ਨਾ ਹੈ, ਨਾ ਆਟੋਕ੍ਰੇਸੀ ਹੈ। ਇੱਥੇ ਤਾਂ ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਵਨ ਟਾਈਮ ਡਿਸੀਜਨ ਨਹੀਂ ਲੈ ਸਕਦਾ, ਉਹਨਾਂ ਨੂੰ ਪਬਲਿਕ ਓਪੀਨੀਅਨ ਦੇ ਨਾਲ ਚੱਲਣਾ ਹੀ ਪੈਣਾ। ਤੇ ਜੇ ਪਬਲਿਕ ਓਪੀਨੀਅਨ ਦੇ ਅਗੇਂਸਟ ਆ ਤੇ ਫਿਰ ਸਰਕਾਰ ਕਿੰਨੀ ਦੇਰ ਤੱਕ ਰੂਲ ਕਰ ਸਕਦੀ ਹੈ? ਉਹ ਠੀਕ ਹੈ, ਹਾਂ, ਜੇ ਈਵੀਐਮ ਦੇ ਨਾਲ ਹੈਕ ਕਰਕੇ ਚੱਲਦੀ ਰਹੇ ਸਰਕਾਰ, ਮੈਂ ਉਹਦਾ ਨਹੀਂ ਕਹਿ ਸਕਦਾ, ਪਰ ਲੋਕਤੰਤਰ ਦੇ ਨਾਲ ਪੰਗਾ ਲੈ ਕੇ ਕੋਈ ਵੀ ਸਰਕਾਰ ਨਹੀਂ ਚੱਲ ਸਕਦੀ। ਸਰ, ਜਿਵੇਂ ਆਪਾਂ ਗੱਲਬਾਤ ਕੀਤੀ, ਤੁਸੀਂ ਵਕੀਲ ਬਹੁਤ ਹੀ ਈਜ਼ੀ ਵੇ ਨਾਲ ਤੁਸੀਂ ਦੱਸਿਆ, ਬਰੀਫ ਕੀਤਾ, ਹੈ ਨਾ ਜੀ। ਤੇ ਅਗਰ ਆਪਾਂ ਦਲਿਤ ਸਮਾਜ ਦੀ ਗੱਲ ਕਰੀਏ, ਤੁਸੀਂ ਕਿ ਜਿਹੜੇ ਲੀਡਰ ਨੇ ਉਹਨਾਂ ਨੂੰ ਹਾਲੇ ਤੱਕ ਸਮਝ ਹੀ ਨਹੀਂ ਆਈ ਕਿਸ ਤਰੀਕੇ ਨਾਲ ਸਮਾਜ ਨੂੰ ਚਲਾਉਣਾ ਚਾਹੀਦਾ, ਕਿਸ ਤਰੀਕੇ ਨਾਲ ਗਰੋਥ ਹੋ ਸਕਦੀ ਹੈ, ਕਿਉਂਕਿ ਆਉਣ ਵਾਲੀ ਨਿਊ ਜਨਰੇਸ਼ਨ ਆ ਜਿਹੜੀ, ਉਹਨਾਂ ਦਾ ਤਾਂ ਇਸ ਦੇ ਵਿੱਚ ਕੋਈ ਕਸੂਰ ਨਹੀਂ। ਉਹਨਾਂ ਦੀ ਵੀ ਗਰੋਥ ਮਰ ਜਾਂਦੀ ਕਿਤੇ ਨਾ ਕਿਤੇ, ਉਹਨਾਂ ਦੇ ਵੀ ਸੁਪਨੇ ਬਹੁਤ ਹੁੰਦੇ ਨੇ, ਟੁੱਟ ਜਾਂਦੇ ਨੇ, ਹਨਾ। ਅਗਰ ਆਪਾਂ ਤੁਹਾਨੂੰ ਪੁੱਛੀਏ ਕਿ ਇਸ ਚੀਜ਼ ਦਾ ਸੋਲੂਸ਼ਨ ਕਿਸ ਤਰੀਕੇ ਨਾਲ ਹੋ ਸਕਦਾ, ਸੋ ਦੈਟ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਸਮਝ ਆ ਜਾਏ ਕਿਤੇ ਨਾ ਕਿਤੇ, ਹਨਾ। ਦੇਖੋ ਜੀ, ਬਤੌਰ ਮੈਂ ਆਪਣੇ ਇੰਨਾ ਜ਼ਿਆਦਾ ਐਕਸਪੀਰੀਅੰਸ ਤਾਂ ਨਹੀਂ, ਕਿਉਂਕਿ ਯੰਗਸਟਰ ਹਾਂ। ਬਿਲਕੁਲ ਸੋਸ਼ਲੀ ਐਕਟਿਵ ਹੋਣ ਕਰਕੇ ਵੀ ਆ ਸਕੋਪ ਮਿਲਿਆ ਤੁਹਾਡੇ ਵਿੱਚ ਬੈਠਣ ਦਾ। ਬਿਲਕੁਲ ਠੀਕ ਹੈ ਨਾ ਜੀ। ਐਜ਼ ਅ ਯੰਗਸਟਰ ਮੈਂ ਵੀ ਯੂਨੀਅਨ ਲੀਡਰ ਰਿਹਾ ਵਾ। ਬਤੌਰ ਯੂਨੀਅਨ ਲੀਡਰ ਮੈਨੂੰ ਪਤਾ ਕਿ ਸਫਾਈ ਕਰਮਚਾਰੀ ਦੀ ਯੂਨੀਅਨ ਨੂੰ ਲੀਡ ਕਰਦੇ ਹੋਏ ਤੁਹਾਡੇ ਵਿੱਚ ਕੀ ਪੋਟੈਂਸ਼ੀਅਲ ਕੀ ਹੋਣਾ ਚਾਹੀਦਾ। ਬੇਸਿਕ ਤੁਸੀਂ ਕਿਸੇ ਪ੍ਰੋਬਲਮ ਨੂੰ ਫੇਸ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਤੁਸੀਂ ਕੀ ਪ੍ਰੋਬਲਮ ਕੀ ਹੈ ਸਫਾਈ ਕਰਮਚਾਰੀਆਂ ਦੀ, ਸੀਵਰਮੈਨਾਂ ਦੀ। ਜੇ ਤੁਸੀਂ ਪ੍ਰੋਬਲਮ ਨੂੰ ਆਇਡੈਂਟੀਫਾਈ ਨਹੀਂ ਕਰੋਗੇ, ਤੁਸੀਂ ਉਹਦਾ ਟ੍ਰੀਟਮੈਂਟ ਨਹੀਂ ਕਰ ਸਕਦੇ। ਜਿੱਦਾਂ ਕੋਈ ਡਾਕਟਰ ਆ, ਉਹਦਾ ਡਾਇਲਿਸਿਸ ਕਰਦਾ, ਡਾਇਲਿਸਿਸ ਤੋਂ ਬਾਅਦ ਹੀ ਉਹ ਦੇਖਦਾ ਕਿ ਹਾਂ ਵੀ ਆ ਬਿਮਾਰੀ ਹੈ। ਹਾਂ, ਜਿੰਨੀ ਦੇਰ ਤੱਕ ਸਾਡੇ ਲੀਡਰ ਸਿਰਫ ਇੱਕ ਇਹਨਾਂ ਦਾ ਇੱਕ ਪੁਆਇੰਟ ਹੁੰਦਾ, ਕੱਚੇ ਮੁਲਾਜ਼ਮ ਪੱਕੇ ਕਰੋ। ਹਾਂਜੀ, ਕੱਚੇ ਮੁਲਾਜ਼ਮ ਪੱਕੇ ਕਰੋ, ਬਸ ਦੈਟਸ ਇਟ। ਬਟ ਹੁੰਦੇ ਨਹੀਂ ਹੈ। ਬਿਲਕੁਲ, ਉਹ ਉਹਨਾਂ ਦਾ ਇੱਕ ਪੈਟਰਨ ਨਾਰਾ ਹੈ, ਹਨਾ ਜੀ। ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਤਾਂ ਤੁਰਦੇ ਫਿਰਦੇ ਵੀ, ਸੁੱਤੇ ਹੋਏ ਵੀ ਉਹ ਗੱਲ ਕਹਿ ਦਿੰਦੇ ਆ, ਕਿਤੇ ਸੁਪਨਾ ਵੀ ਆਇਆ, ਉੱਡਦੇ ਜਾਗਦੇ, ਉਹਨਾਂ ਨੂੰ ਇੱਕ ਗੱਲ ਯਾਦ ਰਹਿੰਦੀ ਹੈ ਕਿ ਕੱਚੇ ਮੁਲਾਜ਼ਮ ਬਸ ਪੱਕੇ ਕਰ ਦਿਓ। ਮਤਲਬ ਉਹਨਾਂ ਨੇ ਇੱਕ ਹੁੱਕ ਜਿਹੇ ਗਾਣੇ ਵਿੱਚ ਹੁੱਕ ਲਾਈਨ ਹੁੰਦੀ ਨਾ, ਇੱਕ ਗਾਣਾ ਅੰਤਰਾ ਗਾ ਕੇ ਐਂਡ ਵਿੱਚ ਗਾਣਾ, ਲੀਡਰ ਨੇ ਵੀ ਇਸ ਤਰੀਕੇ ਨਾਲ ਇੱਕ ਹੁੱਕ ਲਾਈਨ ਯਾਦ ਕੀਤੀ ਹੋ, ਕੱਚੇ ਮੁਲਾਜ਼ਮ ਪੱਕੇ ਕਰੋ। ਪਰ ਇਹਦਾ ਕੱਚੇ ਮੁਲਾਜ਼ਮ ਆਪਾਂ ਪੈਦਾ ਹੀ ਨਾ ਹੋਣ ਦੇਈਏ। ਤੁਸੀਂ ਗੱਲ ਕਰ ਰਹੇ ਆ ਕਿ ਸੋਲੂਸ਼ਨ ਕੀ ਹੈ ਇਹਦਾ। ਬਿਲਕੁਲ, ਕੱਚੇ ਮੁਲਾਜ਼ਮ ਪੈਦਾ ਹੀ ਨਾ ਹੋਣ ਦੇਈਏ। ਇਹਦਾ ਇੱਕ ਟੈਕਨੀਕਲ ਪੁਆਇੰਟ ਹੀ ਹੈ, ਪਰ ਉਹ ਟੈਕਨੀਕਲ ਪੁਆਇੰਟ ਤੇ ਮੈਂ ਅੱਜ ਵੀ ਜਿੰਨੇ ਵੀ ਪੰਜਾਬ ਦੇ ਲੀਡਰ ਹੈ, ਇਹਨਾਂ ਪੰਜਾਬ ਦੇ ਲੀਡਰਾਂ ਦਾ ਜੇ ਇਹ ਆਪਣਾ ਮੰਗ ਪੱਤਰ, ਮੇਰੇ ਕੋਲ ਸਾਰਿਆਂ ਦੇ ਮੰਗ ਪੱਤਰ ਪਏ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਿਹੜੇ ਚੇਅਰਮੈਨ ਹੈ ਗਿੱਜਰ ਵਾਲਮੀਕੀ ਜੀ, ਉਹਨਾਂ ਨਾਲ ਬਤੌਰ ਲੀਗਲ ਐਡਵਾਈਜ਼ਰ ਕੰਮ ਕਰ ਰਿਹਾ। ਮੇਰੇ ਕੋਲ
ਪੰਜਾਬ ਦੇ ਸਾਰੇ ਜਿਹੜੇ ਮੰਗ ਪੱਤਰ ਪਏ ਆ ਯੂਨੀਅਨ ਲੀਡਰਾਂ ਤੇ, ਓਕੇ, ਉਹਨਾਂ ਮੰਗ ਪੱਤਰਾਂ ਨੂੰ ਜਦੋਂ ਮੈਂ ਤੇ ਚੇਅਰਮੈਨ ਸਾਹਿਬ ਪੜ੍ਹਦੇ ਆ ਤੇ ਅਸੀਂ ਦੇਖਦੇ ਆ ਯਾਰ ਵੀ ਇਹ ਮੰਗ ਕੀ ਰੱਖਦੇ ਪਏ ਆ। ਮੰਗ ਕੁਛ ਨਹੀਂ, ਬਸ ਉਹੀ ਕੱਚੇ ਮੁਲਾਜ਼ਮ ਪੱਕੇ ਕਰੋ। ਕੀ ਯਾਰ ਕੋਈ ਸਾਨੂੰ ਟੈਕਨੀਕਲ ਸਪੋਰਟ ਕਰੋ, ਸਾਨੂੰ ਟੈਕਨੀਕਲੀ ਕੋਈ ਚੀਜ਼ ਤਾਂ ਦੱਸੋ ਵੀ ਜਿਹਦੇ ਨਾਲ ਅਸੀਂ ਵੀ ਕੋਈ ਕੁੰਡੀ ਪਾਈਏ ਸਰਕਾਰ ਤੱਕ, ਅਪਰੋਚ ਕਰੀਏ ਐਜ਼ ਅ ਕਮਿਸ਼ਨ, ਬਿਲਕੁਲ, ਕਿ ਅਸੀਂ ਤੁਹਾਨੂੰ ਪੱਕੇ ਕਿੱਦਾਂ ਕਰ ਪਾਈਏ। ਸਰਕਾਰ ਨਹੀਂ ਚਾਹੁੰਦੀ ਕਿਸੇ ਕੰਟਰੈਕਚੁਅਲ ਵਰਕਰ ਨੂੰ ਪੱਕੇ ਕਰਨਾ। ਮੈਂ ਤੁਹਾਨੂੰ ਦੱਸ ਦਿੰਦਾ, ਬਿਲਕੁਲ, ਇਹਦੇ ਵਿੱਚ ਸੁਪਰੀਮ ਕੋਰਟ ਦੀਆਂ, ਹਾਈ ਕੋਰਟ ਦੀਆਂ ਬੜੀਆਂ ਰੂਲਿੰਗਾਂ, ਉਹ ਨਹੀਂ ਚਾਹੁੰਦੀ ਕੰਟਰੈਕਚੁਅਲ ਵਰਕਰ ਨੂੰ ਪੱਕੇ ਕਰਨਾ। ਨਾ ਹੀ ਇਹ ਕਦੀ ਵੀ ਇਸ ਪੁਆਇੰਟ ਤੇ ਉਤਰਿਆ ਕਿ ਅਸੀਂ ਇਹਨੂੰ ਪੈਦਾ ਹੀ ਨਾ ਹੋਣ ਦੇਈਏ ਆਊਟਸੋਰਸ ਨੂੰ। ਇਹਦਾ ਸਿਰਫ ਇੱਕੋ ਇੱਕ ਏਜੰਡਾ ਹੈ ਕਿ ਜਿੰਨੇ ਸਾਲ ਆਪਣੀ ਦੇਸ਼ ਦੀ ਆਜ਼ਾਦੀ ਨੂੰ ਹੋ ਗਏ, ਉਸ ਤੋਂ ਬਾਅਦ ਸਟੇਟ ਗਵਰਨਮੈਂਟ ਦੇ ਜਿੰਨੇ ਵੀ ਕਮਿਸ਼ਨ ਬਣੇ ਆ, ਕਮਿਸ਼ਨ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦਾ ਕਿਉਂਕਿ ਮੈਨੂੰ ਪੰਜਾਬ ਦਾ ਐਕਸਪੀਰੀਅੰਸ ਹੈ। ਬਿਲਕੁਲ, ਪੰਜਾਬ ਦੇ ਵਿੱਚ ਜਿੰਨੇ ਵੀ ਸਫਾਈ ਕਰਮਚਾਰੀ ਕਮਿਸ਼ਨ ਆਏ ਆ, ਉਹਨਾਂ ਵੱਲੋਂ ਅੱਜ ਤੱਕ ਵੀ ਐਨੂਅਲ ਰਿਪੋਰਟ ਜਿਹੜੀ ਆ ਉਹ ਸਬਮਿਟ ਸਟੇਟ ਗਵਰਨਮੈਂਟ ਨੂੰ ਨਹੀਂ ਕੀਤੀ। ਕਿੰਨੀਆਂ ਚਾਹੀਦੀਆਂ? ਇਹ ਪ੍ਰਮਾਣਿਤ ਪੋਸਟਾਂ ਸਾਨੂੰ ਇੱਥੇ ਕੰਮ ਦੇ ਲਈ ਚਾਹੀਦੀਆਂ ਹੈ ਨਾ ਜੀ। ਉਹ ਪ੍ਰਮਾਣਿਤ ਪੋਸਟਾਂ ਜਿਹੜੀਆਂ ਉਹਦੀ ਐਸਟੈਬਲਿਸ਼ਮੈਂਟ ਤੋਂ ਬਾਅਦ ਇਹਨਾਂ ਨੇ ਰੱਖ ਲਈਆਂ। ਓਕੇ, ਕੋਈ ਵੀ ਕਾਰਪੋਰੇਸ਼ਨ ਬਣੀ ਆ ਪੰਜਾਬ ਦੇ ਵਿੱਚ, ਨਗਰ ਕੌਂਸਲ ਬਣੀ, ਨਗਰ ਕਮੇਟੀ ਬਣੀ ਆ, ਐਸਟੈਬਲਿਸ਼ਮੈਂਟ ਤੋਂ ਬਾਅਦ ਰੱਖ ਲਈਆਂ। ਉਹ ਕੀ ਹੋਇਆ ਕਿ ਅੱਜ 60 ਸਾਲ 70 ਸਾਲ ਆਪਣੀ ਦੇਸ਼ ਦੀ ਆਜ਼ਾਦੀ ਨੂੰ ਹੋਏ, ਮੰਨ ਲਓ ਵੀ ਮੈਂ ਹੁਣ ਇੱਕ ਹਿਊਮਨ ਏਜ ਦੀ ਕੈਪੈਸਿਟੀ ਲਾ ਲਓ ਵੀ 60 70 ਸਾਲ ਤੱਕ ਬੰਦਾ, ਹਾਂਜੀ ਚਲੋ ਆਪਣਾ ਐਵਰੇਜ ਪੀਰੀਅਡ ਆ ਬੰਦੇ ਦਾ, ਉਸ ਤੋਂ ਬਾਅਦ ਚ ਬੰਦਾ ਬਿਲਕੁਲ ਆਪਣਾ ਕੰਪਲੀਟ ਏਜ ਕਰਕੇ ਚਲਾ ਜਾਂਦਾ। ਹਾਂ, ਡੈਥ ਹੋ ਜਾਂਦੀ ਹੈ ਜਾਂ ਮਰ ਜਾਂਦਾ। ਇਹ 60 70 ਸਾਲ ਦੀ ਤੋਂ ਬਾਅਦ ਜਿਹੜਾ ਐਂਗਲ ਚਲਿਆ, ਇਸ ਕਾਰਪੋਰੇਸ਼ਨ ਐਸਟੈਬਲਿਸ਼ ਹੋ ਗਈ, ਕਮੇਟੀ ਐਸਟੈਬਲਿਸ਼ ਹੋ ਗਈ, ਪੰਚਾਇਤ ਐਸਟੈਬਲਿਸ਼ ਹੋ ਗਈ। ਉਹ ਜਿਹੜੀਆਂ ਪੋਸਟਾਂ ਸੀਗੀਆਂ, ਕਿਸੇ ਨੂੰ 100 ਪੋਸਟ ਦੇ ਦਿੱਤੀ ਉਹਦੀ ਪੋਪੂਲੇਸ਼ਨ ਦੇ ਹਿਸਾਬ ਨਾਲ, ਕਿਸੇ ਨੂੰ 50 ਦੇ ਦਿੱਤੀ, ਕਿਸੇ ਨੂੰ 20 ਦੇ ਦਿੱਤੀ, ਕਿਸੇ ਨੂੰ 40 ਦੇ ਦਿੱਤੀਆਂ, ਹੈ ਨਾ ਜੀ। ਬਿਲਕੁਲ, ਹੁਣ ਉਹਦੇ ਉੱਪਰ ਜਿਹੜਾ ਡਿਪਾਰਟਮੈਂਟ ਹੈ, ਲੋਕਲ ਬੋਡੀ ਡਿਪਾਰਟਮੈਂਟ, ਮਿਊਨਿਸਪਲ ਭਵਨ ਸੈਕਟਰ 35A ਚੰਡੀਗੜ੍ਹ ਦੇ ਵਿੱਚ ਹੈ। ਉਹਨਾਂ ਨੇ ਜਦੋਂ ਬਣਾਇਆ, ਸਾਰੀਆਂ ਇਹ ਇੰਸਟੀਟਿਊਸ਼ਨ ਬਣਾਏ, ਉਹਨਾਂ ਨੇ ਇਹ ਆਪਣਾ ਕੰਮ ਕਰ ਰਹੇ ਆ। ਪਰ ਜਦੋਂ ਸਮੇਂ ਦੇ ਹਿਸਾਬ ਦੇ ਨਾਲ ਸਫਾਈ ਸੇਵਕ ਦੀ ਲੋੜ ਪਈ, ਉਹਨਾਂ ਨੂੰ ਜਿਹੜੀਆਂ ਕਾਰਪੋਰੇਸ਼ਨਾਂ ਨੇ ਆਪਣਾ ਮਤਾ ਪਾ ਕੇ ਭੇਜਿਆ ਕਿ ਜਨਾਬ ਵੀ ਸਾਨੂੰ ਸਫਾਈ ਸੇਵਕਾਂ ਦੀ ਜ਼ਰੂਰਤ ਹੈ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਲਈ। ਉੱਪਰ ਜਿਹੜੇ ਡਾਇਰੈਕਟਰ ਬੈਠੇ ਆ, ਪ੍ਰਿੰਸੀਪਲ ਸੈਕਟਰੀ ਬੈਠੇ ਆ, ਉਹ ਪਾਲਿਸੀ ਮੇਕਰ ਹੁੰਦੇ ਆ ਤੇ ਸਟੇਟ ਪਾਲਿਸੀ ਐਡਵਾਈਜ਼ਰ ਵੀ ਹੁੰਦੇ ਆ। ਸਟੇਟ ਨੂੰ ਐਡਵਾਈਜ਼ ਵੀ ਉਹੀ ਕਰਦੇ ਆ, ਹਨਾ। ਪਾਲਿਸੀ ਐਡਵਾਈਜ਼ਰ ਸੈਕਟਰੀ ਤੇ ਡਾਇਰੈਕਟਰ ਹੁੰਦੇ ਆ। ਤੇ ਉਹਨਾਂ ਨੇ ਕਹਿਣਾ ਜੀ ਕਿ ਯਾਰ ਵੀ ਸਾਡਾ ਬਰਡਨ ਵੱਧਦਾ ਪਿਆ ਵਾ, ਕਿ ਇਹ ਬੰਦਾ ਕਹਿ ਰਿਹਾ ਕਿ ਸਫਾਈ ਵਿਵਸਥਾ ਬਣਾਉਣ ਨੂੰ ਇਹਨਾਂ ਨੂੰ ਸਫਾਈ ਸੇਵਕ ਦੀ ਲੋੜ ਹੈ, ਹੈ ਨਾ ਜੀ। ਸਫਾਈ ਸੇਵਕ ਦੀ ਲੋੜ ਹੈ। ਫਿਰ ਉਹ ਕੀ ਕਰਦੇ ਆ ਕਿ ਉੱਪਰੋਂ ਪ੍ਰਵਾਨਗੀ ਪਾਉਂਦੇ ਆ ਕਿ ਜੇ ਤੁਹਾਨੂੰ ਅਤੀ ਜ਼ਰੂਰਤ ਹੈ ਤੇ ਤੁਸੀਂ ਇਹਨੂੰ ਠੇਕੇਦਾਰੀ ਤੇ ਰੱਖ ਲਓ। ਕੀ ਕਰਦੇ? ਇਹਨੂੰ ਠੇਕੇਦਾਰੀ ਤੇ ਰੱਖ ਲੈਂਦੇ ਆ। ਜਦੋਂ ਉਹਨੂੰ ਠੇਕੇਦਾਰੀ ਤੇ ਰੱਖਦੇ ਆ, ਠੇਕੇਦਾਰੀ ਦਾ ਜਨਮ ਉੱਥੇ ਸ਼ੁਰੂ ਹੋ ਗਿਆ। ਹਰ ਕਮੇਟੀਆਂ 'ਚ, ਹਰ ਪੰਚਾਇਤਾਂ ਦੇ ਵਿੱਚ ਉਹਦਾ ਜਨਮ ਠੇਕੇਦਾਰੀ ਦਾ, ਸਫਾਈ ਸੇਵਕਾਂ ਦਾ ਇਦਾਂ ਹੀ ਸ਼ੁਰੂ ਹੋ ਗਿਆ। ਪਰ ਜੇ ਅੱਜ ਦੇ ਸਮੇਂ ਦੇ ਵਿੱਚ ਇਹ ਸਫਾਈ ਯੂਨੀਅਨ ਦੇ ਲੀਡਰ ਪੰਜਾਬ ਸਰਕਾਰ ਨੂੰ ਇਹ ਗੱਲ ਕਰਨ ਕਿ ਪੋਪੂਲੇਸ਼ਨ ਦੇ ਆਧਾਰ ਤੇ, ਬੀਟਾਂ ਦੇ ਆਧਾਰ ਤੇ, ਰੇਡੀਅਸ ਦੇ ਆਧਾਰ ਤੇ, ਵਰਗ ਮੀਟਰ ਦੇ ਆਧਾਰ ਤੇ ਜੋ ਪੋਸਟਾਂ ਸਾਨੂੰ ਪਹਿਲਾਂ ਦਿੱਤੀਆਂ ਸੀ 1960 ਦੇ ਵਿੱਚ, ਉਹਨੂੰ ਦੁਬਾਰਾ ਰਿਵਿਊ ਕਰੋ, ਦੁਬਾਰਾ ਚੈੱਕ ਕਰੋ ਕਿ ਜਦੋਂ ਸਾਨੂੰ ਪਹਿਲਾਂ 100 ਪੋਸਟਾਂ ਦਿੱਤੀਆਂ ਸੀ, 100 ਪੋਸਟਾਂ ਦੇਣ ਤੋਂ ਬਾਅਦ ਅੱਜ 60-70 ਸਾਲ ਹੋ ਗਏ ਆ, ਹੁਣ ਦੁਬਾਰਾ ਉਹਨੂੰ ਚੈੱਕ ਕਰੋ ਵੀ ਸ਼ਾਇਦ ਸਾਨੂੰ 400 ਪੋਸਟਾਂ ਹੋਰ ਚਾਹੀਦੀਆਂ, ਕਿਉਂਕਿ ਪੋਪੂਲੇਸ਼ਨ ਵੱਧ ਰਹੀ ਹੈ। ਬਿਲਕੁਲ, ਪੋਪੂਲੇਸ਼ਨ ਵੱਧ ਰਹੀ ਹੈ, ਏਰੀਆ ਵੱਧ ਰਿਹਾ। ਜੇ ਉਹ ਪੋਪੂਲੇਸ਼ਨ ਵੱਧ ਰਹੀ ਹੈ ਤੇ ਫਿਰ ਬੀਟਾ ਵੀ ਵੱਧ ਰਹੀਆਂ, ਏਰੀਆ ਵੀ ਵੱਧ ਰਿਹਾ, ਸਫਾਈ ਸੇਵਕ ਦੀ ਪੋਸਟ ਵੀ ਵੱਧ ਰਹੀ ਹੈ। ਪਰ ਇਹ ਪੋਸਟ ਵਧਾ ਨਹੀਂ ਰਹੇ, ਠੇਕੇ ਤੇ ਲੈ ਰਹੇ ਆ। ਜੇ ਆਪਣੀ ਸਿੱਧੀ ਡਿਮਾਂਡ ਇਹ ਹੋਵੇ ਕਿ ਸਾਨੂੰ ਪਰਮਾਨੈਂਟ ਪੋਸਟ ਦਿਓ ਡਾਇਰੈਕਟ, ਕਿਉਂਕਿ ਪਰਮਾਨੈਂਟ ਕੰਟਰੈਕਟ ਦਾ ਕੰਮ ਕੀ ਹੈ? ਕੰਟਰੈਕਟ ਦਾ ਕੰਮ ਹੁੰਦਾ ਟੈਂਪਰੇਰੀ ਵਰਕ। ਤੁਸੀਂ ਆਫਿਸ ਪਾਇਆ, ਤੁਹਾਡੇ ਕੋਲ ਲੇਬਰਰ ਆਉਂਦੇ ਆ, ਉਹ ਕਹਿੰਦੇ ਹਾਂਜੀ ਵੀ ਕੰਮ ਕਰਵਾਉਣਾ ਤੁਸੀਂ, ਹਾਂਜੀ ਤੁਸੀਂ ਕਹਿਣਾ ਜੀ ਵੀ ਮੈਨੂੰ ਵਿਦਨ 2 ਮੰਥ ਦੇ ਵਿੱਚ ਮੈਨੂੰ ਪ੍ਰੋਪਰ ਵੈਲ ਫਰਨਿਸ਼ਿੰਗ ਚਾਹੀਦੀ ਹੈ। ਹਾਂ, 1 ਮਹੀਨੇ ਦੇ ਅੰਦਰ ਅੰਦਰ ਮੈਨੂੰ ਇਹ ਰੈਡੀ ਚਾਹੀਦਾ। ਬਿਲਕੁਲ, ਹਾਂ, ਆਫਿਸ ਚਾਹੀਦਾ। ਇਹ ਕੰਟਰੈਕਟ ਦਾ ਕੰਮ ਹੈ ਜਿਹੜਾ ਕੁਝ ਟੈਂਪਰੇਰੀ ਟਾਈਮ ਲਈ ਚਾਹੀਦਾ। ਬਿਲਕੁਲ,
ਜਿਹੜੀ ਪੋਸਟ ਹੀ ਸਾਨੂੰ ਪਰਮਾਨੈਂਟਲੀ ਚਾਹੀਦੀ ਆ, ਜਿਹੜਾ ਕੰਮ ਕਦੀ ਖਤਮ ਹੀ ਨਹੀਂ ਹੋਣਾ, ਉਹ ਕੰਟਰੈਕਟ ਦੇ ਅੰਡਰ ਆ ਹੀ ਨਹੀਂ ਸਕਦਾ। ਕੰਟਰੈਕਟ ਹੁੰਦਾ ਹਮੇਸ਼ਾ ਹੀ ਇੱਕ ਟੈਂਪਰੇਰੀ ਪ੍ਰੋਵੀਜ਼ਨ ਦੇ ਲਈ, ਵੀ ਆਹ ਕੰਮ ਆਪਣਾ ਕਰੋ, ਇਹਦੀ ਕੰਪਲੀਸ਼ਨ ਤੋਂ ਬਾਅਦ ਆਪਣਾ ਖਤਮ। ਤੇ ਜਦੋਂ ਉਹਦੀ ਕੰਪਲੀਸ਼ਨ ਹੀ ਨਹੀਂ ਹੁੰਦੀ, ਅੱਜ ਸਫਾਈ ਸੇਵਕ ਇੱਕ ਮਰ ਜਾਵੇ, ਦੂਸਰਾ ਆ ਜਾਊਗਾ, ਦੂਸਰਾ ਮਰ ਜਾਵੇ, ਤੀਸਰਾ ਆ ਜਾਊਗਾ, 500 ਸਾਲ ਚਲੇ ਜਾਓ, 600 ਸਾਲ ਚਲੇ ਜਾਓ ਅੱਗੇ, ਇਹ ਚੱਲਦੇ ਹੀ ਰਹਿਣੇ। ਬਸ ਇਹਦਾ ਸੋਲੂਸ਼ਨ ਸਿਰਫ ਇਹੀ ਹੈ ਕਿ ਆਪਾਂ ਨੂੰ ਇਹਦੀ ਪਰਮਾਨੈਂਟ ਰਿਕਰੂਟਮੈਂਟ ਦੇ ਲਈ ਆ, ਪਰਮਾਨੈਂਟ ਰਿਕਰੂਟਮੈਂਟ ਇਹਦੀ ਹੈ, ਉਹ ਸਿਰਫ ਔਰ ਸਿਰਫ ਵੀ ਆਪਾਂ ਡਿਮਾਂਡ ਕਰੀਏ ਕਿ ਸੈਂਕਸ਼ਨ ਪੋਸਟ ਆਵੇ, ਹਨਾ ਜੀ, ਬੀਟਾ ਦੇ ਹਿਸਾਬ ਦੇ ਨਾਲ। ਇਹੀ ਬੇਨਤੀ ਹੈ। ਸਰ ਜਿਵੇਂ ਰਾਹੁਲ ਆਦੀਆ ਸਰ, ਆਪਾਂ ਬਹੁਤ ਗੱਲਾਂ ਕੀਤੀਆਂ, ਬਹੁਤ ਅਸੀਂ ਵੀ ਨੌਲੇਜ ਲਈ ਤੁਹਾਡੇ ਕੋਲੋਂ, ਸੋ ਡੈਟ ਲੋਕਾਂ ਨੇ ਵੀ ਬਹੁਤ ਨੌਲੇਜ ਸਿੱਖੀ ਨਹੀਂ ਤੁਹਾਡੇ ਕੋਲੋਂ। ਕੋਈ ਗੱਲਾਂ ਇਹੋ ਜਿਹੀਆਂ ਸੀਗੀਆਂ ਕਿ ਬਹੁਤ ਹੀ ਸਿੱਖਣਯੋਗ ਵੀ ਸੀਗੀਆਂ, ਤੁਸੀਂ ਅੱਖਾਂ ਵੀ ਖੋਲੀਆਂ ਬਹੁਤ ਲੋਕਾਂ ਦੀਆਂ, ਹਨਾ। ਸੋ ਸਮਾਂ ਹੁਣ ਬਹੁਤਾ ਇਜਾਜ਼ਤ ਨਹੀਂ, ਜਾਂਦੇ V24 TV ਦੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਜਿੰਨੇ ਵੀ ਪਬਲਿਕ ਹੈ ਤੁਹਾਡਾ ਚੈਨਲ ਦੇਖ ਰਹੀ ਹੈ, ਉਹਦੇ ਮਾਧਿਅਮ ਤੋਂ ਇਹ ਪ੍ਰਚਾਰ ਇਹੀ ਤਾਂ ਜਾਏਗਾ ਕਿ ਜਿਹੜੇ ਸਫਾਈ ਕਰਮਚਾਰੀ ਆ ਜਾਂ ਸਫਾਈ ਸੇਵਕ ਆ, ਸੀਵਰਮੈਨ, ਇਹਨਾਂ ਦਾ ਐਕਸਪਲੋਇਟੇਸ਼ਨ ਸਿਰਫ ਅਨਪੜ੍ਹਤਾ ਕਰਕੇ ਹੈ। ਬਿਲਕੁਲ, ਹਨਾ। ਇਹ ਪੜ੍ਹੇ ਲਿਖੇ ਨਹੀਂ ਆ, ਲੀਗਲੀ ਅਵੇਅਰ ਨਹੀਂ ਆ। ਜੇ ਇਹ ਸਾਰਾ ਫੀਲਡ ਲੀਗਲੀ ਅਵੇਅਰ ਹੋ ਜਾਏਗਾ ਜਾਂ ਪੜ੍ਹ ਲਿਖ ਲੈਣਗੇ ਇਹਨਾਂ ਦਾ ਫੀਲਡ, ਤੇ ਐਕਸਪਲੋਇਟੇਸ਼ਨ ਅੱਗੇ ਸਮਾਜ ਦਾ ਨਹੀਂ ਹੋਏਗਾ। तो मेरी सारे स्रोतों ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ, ਔਰ ਐਜੂਕੇਸ਼ਨ ਤੇ ਜ਼ਿਆਦਾ ਜ਼ੋਰ ਦਿਓ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ 32 ਡਿਗਰੀਆਂ ਹਾਸਲ ਕੀਤੀਆਂ ਸੀ, ਉਸ ਤੋਂ ਬਾਅਦ ਕਦੀ ਵੀ ਐਕਸਪਲੋਇਟੇਸ਼ਨ ਨਹੀਂ ਹੋਇਆ, ਵਰਲਡ ਵਾਈਡ ਪਰਸਨੈਲਿਟੀ ਬਣੇ ਆ। ਤੇ ਜੇ ਤੁਹਾਡਾ ਵੀ ਸ਼ੋਸ਼ਣ ਉਸੇ ਕਰਕੇ ਰੁਕੇਗਾ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਪੜਾਓਗੇ ਤਾਂ ਬਿਲਕੁਲ। ਸੋ ਇਹ ਸਨ ਸਾਡੇ ਨਾਲ ਸਮਾਜ ਸੇਵਕ ਤੇ ਐਡਵੋਕੇਟ ਰਾਹੁਲ ਆਦੀਆ ਜੀ। ਸੋ ਇਹਨਾਂ ਨਾਲ ਆਪਾਂ ਬਹੁਤ ਗੱਲਾਂ ਕੀਤੀਆਂ, ਬਹੁਤ ਜਾਣਕਾਰੀ ਸਾਨੂੰ ਸਿੱਖਣ ਨੂੰ ਵੀ ਮਿਲੀ। ਸੋ ਤੁਹਾਨੂੰ ਵੀ ਬਹੁਤ ਜਾਣਕਾਰੀ ਦਿੱਤੀ, ਕਿਉਂਕਿ ਬਹੁਤ ਹੀ ਇਹੋ ਜਿਹੀਆਂ ਗੱਲਾਂ ਵੀ ਆਪਾਂ ਕੀਤੀਆਂ ਜਿਹਦੇ ਨਾਲ ਲੋਕਾਂ ਦੀ ਵੀ ਅੱਖਾਂ ਖੁੱਲੀਆਂ, ਸੋ ਸਾਡੀਆਂ ਵੀ ਖੁੱਲੀਆਂ। ਸੋ ਮੈਂ ਪਰਸਨਲੀ ਕਹਿੰਦਾ ਕਿ ਮੈਂ ਵੀ ਬਹੁਤ ਚੀਜ਼ਾਂ ਤੁਹਾਡੇ ਕੋਲੋਂ ਸਿੱਖੀਆਂ ਆਪਾਂ ਇੰਟਰਵਿਊ ਕਰਦੇ। ਸੋ ਅਗਲੀ ਵਾਰੀ ਫਿਰ ਮਿਲਾਂਗੇ ਨਵੀਂ ਸ਼ਖਸੀਅਤ ਦੇ ਨਾਲ। ਤੁਸੀਂ ਵੇਖਦੇ ਰਹੋ ਕੌਮੀ ਵਿਚਾਰ, ਓਨਲੀ ਔਨ V24 TV।